ਗੁਰੂ ਨਾਨਕ ਪਦ ਬੰਦਨ ਪਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਕਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦਾ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸ੍ਰੀ ਗੁਰ ਚਰਨ ਸਰੋਜ ਕੋ ਰਿਦੇ ਧਿਆਨ ਤਰ ਰੋਜ। ਪਾਏ ਸੁਮਤ ਕੋ ਓਜਿਅਤ ਨਿਜ ਸਰੂਪ ਕੋ ਖੋਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡਿਆਂ ਭਾਗਾਂ ਵਾਲੇ ਹੋ ਕੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਇਕੱਤਰ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਅੱਜ ਛੋਟੇ ਘੱਲੂਘਾਰੇ ਦਾ ਦਿਨ ਹੈ ਜਿਸ ਦਿਨ ਤਕਰੀਬਨ 15,000 ਦੇ ਨੇੜੇ ਸ਼ਹੀਦੀਆਂ ਹੋਈਆਂ ਹਨ। ਲਖਪਤ ਰਾਏ ਜੋ ਲਾਹੌਰ ਦਾ ਗਵਰਨਰ ਯਹੀਆ ਖਾਂ ਦਾ ਖਾਸ ਹੈ, ਇਹਦਾ ਭਰਾ ਸੀ ਲਖਪਤ ਰਾਏ ਦਾ ਜਸਪਤ ਰਾਏ। ਰੋੜੀ ਸਾਹਿਬ ਸਿੰਘਾਂ ਦੇ ਨਾਲ ਉਹਦਾ ਜੰਗ ਹੋਇਆ ਤੇ ਉਹ ਮਾਰਿਆ ਗਿਆ।
ਲਖਪਤ ਰਾਏ ਨੇ ਆਪਣੀ ਪੱਗ ਲਾਹ ਕੇ ਯਹੀਏ ਖਾਨ ਦੇ ਦਰਬਾਰ ਵਿੱਚ ਨੰਗੇ ਸਿਰ ਪੁਕਾਰ ਕੀਤੀ ਤੇ ਕਹਿੰਦਾ, ਮੈਨੂੰ ਆਗਿਆ ਦੇ ਕਿ ਮੈਂ ਸਿੰਘ ਖਤਮ ਕਰ ਦਿਆਂ, ਖਾਲਸਾ ਮੁਕਾ ਦਿਆਂ। ਇਹ ਪੱਗ ਮੈਂ ਤਾਂ ਸਿਰ ਤੇ ਬੰਨਾਂਗਾ। ਕਹਿੰਦਾ, ਇੱਕ ਖੱਤਰੀ ਨੇ ਫਦੂਲ ਪੰਥ ਪੈਦਾ ਕੀਤਾ ਹੈ, ਮੈਂ ਵੀ ਖੱਤਰੀ ਹਾਂ ਤੇ ਮੈਂ ਇਸ ਪੰਥ ਨੂੰ ਖਤਮ ਕਰ ਦਿਆਂਗਾ। ਏਡਾ ਜਰਵਾਣਾ ਕਿ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਜਿਹੜੇ ਗ੍ਰਿਸ਼ਤੀ ਸਿੱਖ ਸੀ ਉਹ ਵੀ ਇਹਨੇ ਫੜ ਲਏ, ਫੜ ਕੇ ਕੋਹ ਕੇ ਸ਼ਹੀਦ ਕਰਨ ਲੱਗਾ। ਇਹਨੇ ਗੁੜ ਕਹਿਣ ਦੇ ਉੱਤੇ ਪਾਬੰਦੀ ਲਾ ਦਿੱਤੀ ਵੀ ਗੁੜ ਕਿਹਾ ਗੁਰੂ ਚੇਤੇ ਆਉਂਦਾ, ਕਿਸੇ ਨੇ ਗੁੜ ਨਹੀਂ ਕਹਿਣਾ, ਭੇਲੀ ਕਹਿਣਾ ਜਾਂ ਰੋੜੀ ਕਹਿਣਾ। ਇਦਾਂ ਦੀ ਜਰਵਾਣੀ ਬਿਰਤੀ ਨਾਲ ਬੜੀ ਵੱਡੀ ਫੌਜ ਆਪਣੇ ਨਾਲ ਲੈ ਕੇ ਸਿੰਘਾਂ ਨੂੰ ਮੁਕਾਉਣ ਲਈ ਚੜ੍ਹਿਆ। ਕਾਨੂੰ ਆਣ ਦੀ ਛੰਭ ਵਿੱਚ ਸਿੰਘ ਇਕੱਠੇ ਸਨ। ਉੱਥੇ ਨੇ ਹਮਲਾ ਬੋਲਿਆ। ਅੱਤ ਦੀ ਗਰਮੀ ਤੇ ਲੂ ਪੈਂਦੀ ਹੈ। ਸਿੰਘ ਲੜਦੇ ਲੜਦੇ ਦਰਿਆ ਦੇ ਕੰਢੇ ਤੇ ਪਹੁੰਚੇ ਤੇ ਦਰਿਆ ਰੇਤਾ ਦੇ ਨਾਲ ਸੱਜੇ ਖੱਬੇ ਕਿਨਾਰੇ ਭਰੇ ਹੋਏ, ਰੇਤ ਤਪਦੀ ਸੀ, ਪੈਰ ਸੜਦੇ ਸਨ ਰੇਤ ਵਿੱਚ, ਕੱਪੜੇ ਲਪੇਟਦੇ ਪੈਰਾਂ ਵਿੱਚ ਕਿਸਰ ਕਿਸਰ ਕੇ ਚੱਲਦੇ। ਅਨੇਕਾਂ ਸ਼ਹੀਦੀਆਂ ਹੁੰਦੀਆਂ, ਤਕਰੀਬਨ 15,000 ਦੇ ਨੇੜੇ ਸ਼ਹੀਦੀਆਂ ਹੋਈਆਂ। ਅੱਜ ਦੇ ਇਸ ਦਿਨ ਨੂੰ ਛੋਟੇ ਘੱਲੂਘਾਰੇ ਦੇ ਦਿਵਸ ਵਜੋਂ ਜਾਣਦੇ ਹਾਂ। ਸਮੁੱਚਾ ਪੰਥ ਉਹਨਾਂ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਤੇ ਸਜਦਾ ਕਰਦਾ ਹੈ, ਜਿਨ੍ਹਾਂ ਨੇ ਆਪਣਾ ਆਪਾ ਗੁਰੂ ਪੰਥ ਤੋਂ ਕੁਰਬਾਨ ਕੀਤਾ। ਔਰ ਖਾਲਸੇ ਨੇ ਫਿਰ ਇਹ ਵੈਰ ਲਿਆ ਸੀ ਇਹਦੇ ਕੋਲੋਂ, ਲਖਪਤ ਰਾਏ ਕੋਲੋਂ ਬਦਲਾ ਲੈਣਾ ਵੀ ਸੂਰਮਿਆਂ ਦਾ ਕਰਮ ਹੈ। ਦੀਵਾਨ ਕੌੜਾ ਮੱਲ ਜੀ ਜਦੋਂ ਤਖਤ ਤੇ ਬੈਠੇ, ਉਹਨਾਂ ਲਖਪਤ ਨੂੰ ਪੈਸੇ ਦੇ ਕੇ ਖਰੀਦ ਲਿਆ ਔਰ ਇਹੋ ਜਿਹੀ ਜਗ੍ਹਾ ਦੇ ਉੱਤੇ ਇਹਨੂੰ ਪਾਪੀ ਨੂੰ ਸੁੱਟਿਆ, ਇੱਕ ਇਹੋ ਜਿਹੇ ਪਖਾਨੇ ਵਿੱਚ ਜਿਹਦਾ ਇਹਦੇ ਸਿਰ ਵਿੱਚ ਗੰਦਗੀ ਪਵੇ। ਉੱਥੇ ਹੀ ਤਰਕਦਾ ਪਾਪੀ ਕਈਆਂ ਦਿਨਾਂ ਬਾਅਦ ਤੜਫ ਕੇ ਮਰਿਆ। ਤੋ ਖਾਲਸੇ ਪੰਥ ਦੀ ਫਿਰ ਚੜ੍ਹਦੀ ਕਲਾ ਹੋਈ, ਪੰਥ ਦੇ ਫਿਰ ਬੋਲ ਬਾਲੇ ਹੋਏ। ਛੋਟੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਹੈ, ਨਮਸਕਾਰ ਹੈ, ਸਜਦਾ ਹੈ। ਲੜੀਵਾਰ ਕਥਾ ਗੁਰ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ। ਗਰੀਬ ਨਵਾਜ ਸਤਿਗੁਰੂ ਦਇਆਨਿਧ ਸੁਆਮੀ ਦੀਪਾਂ ਦੀ ਸੈਰ ਕਰਦੇ ਕਰਦੇ ਅਨੇਕ ਦੀਪਾਂ ਦੇ ਜੀਵਾਂ ਨੂੰ ਕਰਤਾਰਥ ਕਰਦਿਆਂ ਸਭ ਨੂੰ ਇਹੀ ਕਹਿੰਦੇ, ਭਜਨ ਕਰੋ, ਨਾਮ ਜਪੋ, ਚੰਗੇ ਕਰਮਾਂ 'ਚ ਪ੍ਰਵਿਰਤ ਹੋਵੋ, ਵੰਡ ਕੇ ਛਕੋ। ਜੰਬੂ ਦੀਪ ਤੇ ਆਏ ਹਨ, ਜੰਬੂ ਦੀਪ ਤੇ ਆਪਣੇ ਆ ਕੇ ਚਰਨ ਪਾਏ ਹਨ। ਇਹ ਦੀਪ ਬਾਕੀ ਦੇ ਜਿਹੜੇ 6 ਦੀਪ ਨੇ, ਉਹਨਾਂ ਦੀਪਾਂ ਤੋਂ ਸਭ ਤੋਂ ਵੱਡਾ ਤੇ ਵਿਸਥਾਰ ਵਾਲਾ ਦੀਪ ਹੈ। ਆਓ ਅਗਲਾ ਅਧਿਆਏ ਪ੍ਰਾਰੰਭ ਹੋ ਰਿਹਾ ਹੈ। 20ਵਾਂ ਅਧਿਆਏ ਹੈ ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ ਦਾ ਉਤਰਾਰਧ ਹਿੱਸੇ ਦਾ। 20ਵੇਂ ਅਧਿਆਏ ਦੀ ਆਰੰਭਤਾ ਤੋਂ ਪਹਿਲਾਂ ਮਹਾਕਵੀ ਜੀ ਨੇ ਮੰਗਲਾਚਰਨ ਕੀਤਾ ਗੁਰੂ ਸਾਹਿਬ ਦੇ ਚਰਨ ਕਮਲਾਂ ਦਾ। ਮਨ ਬਿਰਤੀਆਂ ਇਕਾਗਰ ਕਰੀਏ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰ ਚਰਨ ਸਰੋਜ ਕੋ ਰਿਧਿ ਧਿਆਨ ਧਰ ਰੋਜ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੋ ਚਰਨ ਕਮਲ ਹਨ, ਹੇ ਮੇਰਿਆ ਮਨਾ, ਤੂੰ ਨਿਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦਾ ਧਿਆਨ ਧਾਰਨ ਕਰ। ਨਿਤ
ਗੁਰੂ ਜੀ ਦੇ ਚਰਨਾਂ ਦਾ ਧਿਆਨ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ। ਹੇ ਮੇਰਿਆ ਮਨਾ ਤੂੰ ਰੋਜ਼ ਧਾਰਨ ਕਰ। ਪਾਏ ਸੁਮਤ ਕੋ ਓਜਿਅਤ ਨਿਜ ਸਰੂਪ ਕੋ ਖੋਜ। ਜਦੋਂ ਤੂੰ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦਾ ਧਿਆਨ ਧਾਰਨ ਕਰੇਗਾ ਤਾਂ ਤੈਨੂੰ ਸ੍ਰੇਸ਼ਟ ਮਤ ਦੀ ਪ੍ਰਾਪਤੀ ਹੋਵੇਗੀ, ਔਰ ਸ੍ਰੇਸ਼ਟ ਮਤ ਦੇ ਓਜ ਨਾਲ, ਬਲ ਨਾਲ ਤੂੰ ਆਪਣੇ ਨਿਜ ਸਰੂਪ ਨੂੰ ਖੋਜੇਗਾ, ਆਪਣੇ ਨਿਜ ਸਰੂਪ ਦੀ ਖੋਜ ਦੇ ਵਿੱਚ ਜੁੜੇਗਾ। ਚੌਪਈ ਸ਼੍ਰੀ ਅੰਗਦ ਸੁਨੀਏ ਗੁਣ ਪੂਰਨ। ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਭਾਈ ਬਾਲਾ ਜੀ ਸੁਣਾਉਂਦੇ ਹਨ। ਆਏ ਜੰਬੂ ਮੈਂ ਪੁਨ ਤੂਰਨ। ਧੰਨ ਗੁਰੂ ਨਾਨਕ ਸਾਹਿਬ ਜੀ ਚਲਦੇ ਚਲਦੇ ਜੰਬੂ ਦੀਪ ਆਏ ਹਨ, ਸਹਿਜ ਸੁਭਾਇਕ ਆਏ ਸੁਹੇਲੋ। ਔਰ ਸਹਿਜ ਸੁਭਾਏ ਸੁਤੇ ਸਿੱਧ ਸੁਖਾਲੇ ਤਰੀਕੇ ਨਾਲ ਹੀ ਮਹਾਰਾਜ ਜੀ ਪਹੁੰਚੇ ਹਨ। ਹੋਤ ਪਇਓ ਸਿੱਧਨ ਸੋ ਮੇਲੋ। ਜੰਬੂ ਦੀਪ ਦੇ ਜੀਵਾਂ ਦਾ ਪਾਰ ਉਤਾਰਾ ਸਤਿਗੁਰਾਂ ਨੇ ਕੀਤਾ ਹੈ। ਚਲਦੇ ਚਲਦੇ ਗਰੀਬ ਨਵਾਜ ਪਾਤਸ਼ਾਹ ਜੀ ਇੱਧਰ ਜਿੱਧਰ ਨਾਨਕ ਮਤਾ ਸਾਹਿਬ ਹੈ, ਪਰੇ ਉੱਪਰ ਰੀਠਾ ਸਾਹਿਬ ਦਾ ਪਾਵਨ ਸਥਾਨ ਹੈ। ਇਸ ਇਲਾਕੇ 'ਚ ਸਤਿਗੁਰੂ ਜੀ ਚਲਦਿਆਂ ਚਲਦਿਆਂ ਪਹੁੰਚੇ ਨੇ। ਸਿੱਧਾਂ ਦੇ ਨਾਲ ਮਹਾਰਾਜ ਜੀ ਦਾ ਮੇਲ ਮਿਲਾਪ ਹੋਇਆ ਹੈ। ਗੋਰਖ ਤਪ ਕੋ ਹੁਤੋ ਸਥਾਨਾ। ਗੋਰਖ ਦੀ ਤਪੱਸਿਆ ਦਾ ਬੜਾ ਵੱਡਾ ਸਥਾਨ ਸੀ ਇੱਥੇ। ਬੈਠ ਗਏ ਨੇ ਕਿਰਪਾ ਨਿਦਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਣ ਕੇ ਇੱਥੇ ਬੈਠ ਗਏ। ਸਭ ਸਿੱਧਨ ਮਿਲ ਇੱਕ ਤਿਲ ਲੀਨੋ। ਉਸ ਵੇਲੇ ਸਿੱਧਾਂ ਨੇ ਕੀ ਕੀਤਾ? ਗੁਰੂ ਸਾਹਿਬ ਜੀ ਦੀ ਪਰਖ ਕਰਨ ਵਾਸਤੇ ਇੱਕ ਤਿਲ ਦਾ ਦਾਣਾ ਲਿਆ, ਛੋਟੇ ਜਿਹੇ ਆਕਾਰ ਦਾ। ਗੁਰ ਆਗੇ ਭੇਟ ਸੋ ਧਰ ਦੀਨੋ। ਤਿਲ ਦਾ ਉਹ ਦਾਣਾ ਸਤਿਗੁਰੂ ਜੀ ਦੇ ਅੱਗੇ ਭੇਟਾ ਕੀਤਾ, ਮਹਾਰਾਜ ਜੀ ਦੇ ਅੱਗੇ ਅਰਪਣ ਕੀਤਾ। ਕਹਿਓ ਕਿ ਸਭ ਮੈਂ ਦਿਓ ਵਰਤਾਈ। ਕਹਿਣ ਲੱਗੇ ਜੀ ਤੁਸੀਂ ਕਹਿੰਦੇ ਹੋ ਵੰਡ ਕੇ ਛਕਣਾ ਚਾਹੀਦਾ ਹੈ, ਆ ਲੋ ਆ ਤਿਲ ਦਾ ਦਾਣਾ ਸਾਡੇ ਸਾਰਿਆਂ ਵਿੱਚ ਵੰਡ ਕੇ ਸਾਨੂੰ ਛਕਾਓ। ਮਹਾਰਾਜ ਜੀ ਦੀ ਪਰਖ ਕਰਨ ਵਾਸਤੇ ਇਹਨਾਂ ਨੇ ਸਭ ਕੁਝ ਕੀਤਾ ਸੀ। ਵੇਖਦੇ ਆ ਵੀ ਤਿਲ ਦਾ ਦਾਣਾ ਕਿਵੇਂ ਵੰਡਣਗੇ। ਛੋਟੇ ਜਿਹੇ ਆਕਾਰ ਦਾ ਦਾਣਾ ਹੈ, ਉਹ ਤਾਂ ਇੱਕ ਵਿਅਕਤੀ ਦੇ ਮੁਖ ਵਿੱਚ ਹੀ ਆਵੇ, ਸਾਰਿਆਂ ਵਿੱਚ ਕਿਵੇਂ ਵੰਡਿਆ ਜਾਏਗਾ। ਉਹਨਾਂ ਨੇ ਇਸ ਨੀਤੀ ਦੇ ਨਾਲ ਗੁਰੂ ਸਾਹਿਬ ਜੀ ਦੇ ਸਨਮੁਖੋਂ ਤਿਲ ਦਾ ਦਾਣਾ ਰੱਖਿਆ ਵੀ ਇਹ ਵੰਡਿਆ ਨਹੀਂ ਜਾਣਾ। ਤੇ ਫਿਰ ਅਸੀਂ ਆਖਾਂਗੇ ਤੁਸੀਂ ਕਹਿੰਦੇ ਹੋ ਵੰਡ ਕੇ ਛਕਣਾ ਚਾਹੀਦਾ, ਤੇ ਇਹ ਤਾਂ ਵੰਡਿਆ ਨਹੀਂ ਗਿਆ ਤੁਹਾਡੇ ਕੋਲੋਂ। ਅਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਘੇਰਾਂਗੇ। ਤੋ ਇਹ ਬਿਰਤੀ ਦੇ ਨਾਲ ਇਹਨਾਂ ਸਿੱਧਾਂ ਨੇ ਤਿਲ ਦਾ ਦਾਣਾ ਮਹਾਰਾਜ ਜੀ ਨੂੰ ਭੇਟ ਕੀਤਾ ਤੇ ਕਹਿੰਦੇ ਜੀ ਇਹ ਵੰਡ ਕੇ ਸਾਨੂੰ ਸਾਰਿਆਂ ਨੂੰ ਛਕਾਓ। ਨੀਰ ਦੁਰਾਏ ਦੀਨ ਤੈ ਥਾਈ। ਫਿਰ ਇਹਨਾਂ ਨੇ ਹੋਰ ਨੀਤੀ ਵਰਤੀ। ਜਿਹੜਾ ਪਾਣੀ ਸੀ ਉੱਥੇ ਨੇੜੇ ਤੇੜੇ ਪਾਣੀ ਇਹਨਾਂ ਨੇ ਛੁਪਾ ਦਿੱਤਾ, ਪਾਣੀ ਕਿਤੋਂ ਪ੍ਰਗਟ ਨਾ ਹੋਣ ਦੇਣ, ਸਾਰੇ ਪਾਸੇ ਪਾਣੀ ਲੁਕਾ ਦਿੱਤਾ, ਛਿਪਾ ਦਿੱਤਾ। ਸਰਬ ਪ੍ਰਕਾਰ ਜਾਨ ਗੁਣ ਖਾਨੀ। ਕਿਉਂਕਿ ਮਹਾਰਾਜ ਜੀ ਨੇ ਕਿਹਾ ਸੀ ਭਾਈ ਬਾਲੇ ਮਰਦਾਨੇ ਨੂੰ ਵੀ, ਮਰਦਾਨਿਆ ਏਦਾਂ ਕਰੋ ਵੀ ਇਹ ਤਿਲ ਦਾ ਦਾਣਾ ਰਗੜ ਕੇ ਨਾ ਉਹਦੇ 'ਚ ਜਲ ਪਾ ਕੇ ਸਾਰਿਆਂ ਨੂੰ ਛਕਾ ਦਿਓ। ਸਿੱਧਾਂ ਨੇ ਵੇਖਿਆ ਵੀ ਹੁਣ ਜਾਲੀ ਲੁਕਾ ਦਈਏ, ਇੱਥੇ ਜਾਲੀ ਨਾ ਪੈਦਾ ਹੋਵੇਗਾ, ਫਿਰ ਵੇਖਾਂਗੇ ਕਿਵੇਂ ਵੰਡਣਗੇ ਰਗੜ ਕੇ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਅੰਤਰਯਾਮੀ ਸਤਿਗੁਰੂ ਜੀ ਇਹਨਾਂ ਦੇ ਮਨ ਦੀ ਖੋਟ ਸਮਝ ਗਏ, ਜਾਣ ਗਏ। ਮੇਰੇ ਸੰਗ ਕਈ ਅਸਬਾਨੀ। ਸਤਿਗੁਰੂ ਜੀ ਨੇ ਭਾਈ ਬਾਲੇ ਨੂੰ ਇਸ ਤਰ੍ਹਾਂ ਬਚਨ ਕਹੇ, ਹੇ ਬਾਲੇ ਤੁਮ ਘੋਟੋ ਨੀਕੇ। ਮਹਾਰਾਜ ਜੀ ਕਹਿੰਦੇ ਬਾਲਿਆ ਇਹ ਤਿਲ ਦਾ ਦਾਣਾ ਲੈ ਕੇ ਤੁਸੀਂ ਇਹਦਾ ਰਗੜਾ ਲਾਓ, ਇਹਨੂੰ ਘੋਟੋ। ਬਹੁਰ ਵਰਤਾਵੋ ਮਦ ਸਭੀ ਕੇ। ਔਰ ਇਹਦੇ 'ਚ ਜਲ ਪਾ ਕੇ ਤੇ ਸਾਰਿਆਂ ਵਿੱਚ ਵਰਤਾ ਦਿਓ। ਹੋਤੀ ਦੂਰ ਸਰਤਾ ਬਹਿ ਬਾਰੀ। ਉੱਥੋਂ ਕੁਝ ਦੂਰੀ ਤੇ ਪਾਣੀ ਵਹਿੰਦਾ ਸੀ, ਨਦੀ ਵਗਦੀ ਸੀ, ਦਰਿਆ ਵਗਦਾ ਸੀ। ਉੱਚੇ ਸੁਰਸੋਂ ਗੁਰੂ ਗੁਹਾਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਵੀ ਨੇੜੇ ਤੇੜੇ ਇਹਨਾਂ ਨੇ ਪਾਣੀ ਬੰਦ ਕਰ ਦਿੱਤਾ ਹੈ, ਲੁਕਾ ਦਿੱਤਾ ਹੈ, ਜਿਹੜੀ ਨਦੀ ਦੂਰ ਵਗਦੀ ਸੀ ਨਾ
ਪਾਤਸ਼ਾਹ ਨੇ ਉਹਨੂੰ ਹੀ ਆਵਾਜ਼ ਮਾਰੀ, ਐ ਨਦੀਏ ਐ ਦਰਿਆ ਲਿਆ, ਸਾਨੂੰ ਪਾਣੀ ਚਾਹੀਦਾ, ਇੱਧਰ ਆ ਕੇ ਪਾਣੀ ਦੇ ਜਾ। ਸੋ ਆਈ ਤਤਕਾਲ ਅਗਾਰੀ। ਕਹਿੰਦੇ ਉਹ ਨਦੀ ਉੱਥੋਂ ਚੱਲ ਕੇ ਸਤਿਗੁਰਾਂ ਦੇ ਹੁਕਮ ਨਾਲ ਮਹਾਰਾਜ ਜੀ ਦੇ ਪਾਸ ਪਹੁੰਚ ਗਈ। ਮਨੋ ਬੁਲਾਈ ਕਿਨ ਗੋਪਾਰੀ। ਕਹਿੰਦੇ ਮਾਨੋ ਜਿਵੇਂ ਕਿਸੇ ਨੇ ਗਾਂ ਪਾਲੀ ਹੋਵੇ ਤੇ ਉਹਨੂੰ ਆਵਾਜ਼ ਮਾਰ ਕੇ ਸੱਦ ਲਏ ਤੇ ਗਾਂ ਉਹਦੇ ਕੋਲ ਆ ਜਾਂਦੀ ਹੈ ਨਾ। ਕਹਿੰਦੇ ਇਸ ਤਰ੍ਹਾਂ ਉਹ ਨਦੀ ਮਾਨੋ ਮਹਾਰਾਜ ਜੀ ਦੀ ਪਾਲੀ ਗਊ ਸੀ, ਸਤਿਗੁਰਾਂ ਦਾ ਬਚਨ ਸੁਣਦਿਆਂ ਹੀ ਮਹਾਰਾਜ ਜੀ ਤੱਕ ਆ ਗਈ। ਤੈਂਤੀ ਜਲ ਪਾਤਰ ਭਰ ਲੀਨੋ। ਭਾਈ ਸਾਹਿਬ ਭਾਈ ਬਾਲਾ ਜੀ ਨੇ ਉਹਦੇ ਵਿੱਚੋਂ ਜਿਹੜਾ ਆਪਣਾ ਭਾਂਡਾ ਸੀ ਪਾਣੀ ਦਾ ਉਹ ਭਰ ਲਿਆ। ਤਿਲ ਕੋ ਕੋਟ ਮਿਲਾਵਨ ਕੀਨੋ। ਔਰ ਜਿਹੜਾ ਤਿਲ ਸੀ ਉਹਨੂੰ ਘੋਟ ਕੇ ਉਸ ਪਾਣੀ ਦੇ ਵਿੱਚ ਮਿਲਾ ਦਿੱਤਾ। ਪੁਨ ਸਭ ਸਿੱਧਨ ਮੈਂ ਵਰਤਾਵਾ। ਫਿਰ ਉਹ ਸਾਰੇ ਸਿੱਧਾਂ ਵਿੱਚ ਮਹਾਰਾਜ ਜੀ ਨੇ ਵੰਡ ਦਿੱਤਾ, ਵਰਤਾ ਦਿੱਤਾ। ਭਾਈ ਬਾਲਾ ਜੀ ਨੇ ਗੁਰਦੇਵ ਦਾ ਹੁਕਮ ਮੰਨ ਕੇ ਸਾਰਿਆਂ ਵਿੱਚ ਉਹ ਜਲ ਵਰਤਾ ਦਿੱਤਾ ਜਿਹਦੇ ਚੋਂ ਤਿਲ ਘੋਟ ਕੇ ਪਾਇਆ ਸੀ। ਤਿਨ ਸਮਾਜ ਅਤ ਪਿਖਤ ਲਜਾਵਾ। ਉਹਨਾਂ ਨੇ ਜਦੋਂ ਮਹਾਰਾਜ ਜੀ ਦੀ ਇਹ ਖੇਡ ਵੇਖੀ ਤੇ ਬੜੇ ਸ਼ਰਮਿੰਦਾ ਜੇ ਹੋਏ ਕਿ ਅਸੀਂ ਤਾਂ ਇਹਨਾਂ ਦੀ ਹੇਠ ਹੀ ਕਰਨਾ ਚਾਹੁੰਦੇ ਸੀ, ਪਾਣੀ ਵੀ ਲੁਕਾ ਦਿੱਤਾ ਸੀ, ਪਰ ਇਹਨਾਂ ਨੇ ਤਾਂ ਨਦੀ ਇੱਥੇ ਸੱਦ ਲਈ ਆਪਣੇ ਪਾਸ। ਐਸੇ ਸਮਰੱਥ ਨੇ ਤੋ ਸਿੱਧ ਉਸ ਵੇਲੇ ਲਜਾਏਮਾਨ ਵੀ ਹੋਏ, ਸ਼ਰਮਿੰਦਾ ਵੀ ਹੋਏ। ਗੁਰੂ ਖਾਲਸਾ ਜੀ ਵੰਡ ਛਕਣ ਦਾ ਸਿਧਾਂਤ ਸਤਿਗੁਰੂ ਜੀ ਨੇ ਪ੍ਰਗਟ ਕੀਤਾ। ਜੇ ਨੀਅਤ ਹੋਵੇ ਤੇ ਬੰਦਾ ਥੋੜੇ ਚੋਂ ਵੀ ਵੰਡ ਲੈਂਦਾ ਹੈ, ਜੇ ਨੀਅਤ ਨਾ ਹੋਵੇ ਤੇ ਭਾਵੇਂ ਬਹੁਤ ਕੁਝ ਹੋਵੇ ਫਿਰ ਵੀ ਵੰਡਣ ਦੀ ਬਿਰਤੀ ਨਹੀਂ ਹੁੰਦੀ। ਨੀਅਤ ਹੋਵੇ ਤੇ ਥੋੜੇ ਵਿੱਚ ਵੀ ਵੰਡਣ ਦੀ ਬਿਰਤੀ ਰੱਖ ਲੈਂਦਾ ਹੈ। ਵੰਡ ਛਕਣ ਦਾ ਸਿਧਾਂਤ ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਇਹ ਤ੍ਰੈ ਸੂਤਰੀ ਪ੍ਰੋਗਰਾਮ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤਾ, ਪੂਰੇ ਸੰਸਾਰ ਨੂੰ ਦਿੱਤਾ ਹੈ। ਤੋ ਇੱਥੇ ਵੰਡ ਛਕਣ ਦਾ ਸਿਧਾਂਤ ਮਹਾਰਾਜ ਜੀ ਨੇ ਜਦੋਂ ਪ੍ਰਗਟ ਕਰਕੇ ਵਿਖਾ ਦਿੱਤਾ, ਸਿੱਧ ਜਿਹੜੇ ਸਤਿਗੁਰਾਂ ਦੀ ਹੇਠੀ ਕਰਨਾ ਚਾਹੁੰਦੇ ਸੀ, ਆਪਣੀ ਹੇਠੀ ਜਦੋਂ ਹੋਈ ਇਹਨਾਂ ਦੀ, ਬੜੇ ਸ਼ਰਮਿੰਦਾ ਹੋਏ, ਸਿਰ ਨੀਵੇਂ ਕਰਦੇ ਹਨ। ਬੋਲਿਓ ਮੰਗਲ ਨਾਥ ਸੁਜਾਨਾ। ਇਹਨਾਂ ਵਿੱਚੋਂ ਇੱਕ ਸਿੱਧ ਸੀ, ਉਸ ਸਿੱਧ ਦਾ ਨਾਮ ਹੈ ਮੰਗਲਨਾਥ। ਉਹ ਬੋਲਿਆ, ਕਲ ਮੈਂ ਤੁਮੇ ਅਵਤਾਰ ਮਹਾਨਾ। ਕਹਿਣ ਲੱਗਾ ਜੀ ਤੁਸੀਂ ਇਸ ਕਲੀ ਕਾਲ ਦੇ ਅਵਤਾਰ ਹੋ, ਤੁਸੀਂ ਕਲਯੁਗ ਦੇ ਅਵਤਾਰੀ ਪੁਰਸ਼ ਹੋ। ਅਲਖ ਨਿਰੰਜਨ ਮੂਰਤ ਰੂਰੀ। ਤੁਹਾਡੀ ਅਲਖ ਮੂਰਤ ਪਰਮੇਸ਼ਰ ਦੀ ਸੁੰਦਰ ਮੂਰਤ ਹੈ। ਸਭ ਵਿਦ ਕੀ ਅਜ਼ਮਤ ਧਰ ਪੂਰੀ। ਤੁਸੀਂ ਸਰਬ ਪ੍ਰਕਾਰ ਦੀਆਂ ਅਜਬਤਾਂ ਨੂੰ, ਕਰਾਮਾਤਾਂ ਨੂੰ ਧਾਰਨ ਕਰਨ ਵਾਲੇ ਸਮਰੱਥ ਗੁਰੂ ਹੋ। ਤੁਮਰੀ ਸਰਬਰ ਮੂਰਖ ਕਰਈ। ਇਹ ਮੂਰਖ ਨੇ ਜਿਹੜੇ ਤੁਹਾਡੀ ਬਰੋਬਰੀ ਕਰਦੇ ਆ। ਇਹ ਮੂਰਖ ਮਹਾਰਾਜ ਜਿਹੜੇ ਤੁਹਾਡੀ ਬਰਾਬਰੀ ਕਰਨਾ ਚਾਹੁੰਦੇ ਹਨ। ਬਹੁਰ ਲਜਾਏ ਹਿਰਦੇ ਦੁੱਖ ਭਰਈ। ਔਰ ਮੁੜ ਕੇ ਸ਼ਰਮਿੰਦਾ ਹੁੰਦੇ ਨੇ, ਲਜਾਏਮਾਨ ਹੁੰਦੇ ਨੇ ਤੇ ਦੁੱਖ ਭੋਗਦੇ ਹਨ। ਮਨ ਮੁਖ ਮਹਿਮਾ ਜਾਣੇ ਨਾਈ। ਮਹਾਰਾਜ ਜਿਹੜੇ ਮਨਮੁਖ ਨੇ ਉਹ ਤੁਹਾਡੀ ਮਹਿਮਾ ਨਹੀਂ ਜਾਣਦੇ। ਮਨਮੁਖਾਂ ਨੂੰ ਤੁਹਾਡੀ ਮਹਿਮਾ ਦਾ ਕੋਈ ਅੰਦਾਜ਼ਾ ਨਹੀਂ। ਨਿਜ ਹੰਕਾਰ ਵਿਖੇ ਗਰਬਾਹੀ। ਮਨਮੁਖ ਆਪਣੇ ਹੰਕਾਰ ਤੇ ਹੈਂਕੜ ਦੇ ਵਿੱਚ ਹੀ ਗਰਬੇ ਰਹਿੰਦੇ ਹਨ। ਉਹ ਆਪਣੇ ਹੀ ਹੰਕਾਰ ਦੇ ਵਿੱਚ ਵਿਚਲਿਤ ਰਹਿੰਦੇ ਹਨ। ਤੁਮੇ ਪਛਾਨੇ ਸੇ ਗੁਣ ਖਾਨੀ। ਮਹਾਰਾਜ ਜਿਹੜੇ ਤੁਹਾਨੂੰ ਪਛਾਣਦੇ ਆ ਨਾ, ਉਹ ਗੁਣਾਂ ਦੀ ਖਾਨ ਹੋ ਜਾਂਦੇ ਨੇ। ਜਿਹੜੇ ਪਛਾਣ ਲੈਂਦੇ ਨੇ ਤੁਹਾਨੂੰ ਕਿ ਤੁਸੀਂ ਗੁਰਦੇਵ ਹੋ, ਸਮਰੱਥ ਗੁਰੂ ਹੋ, ਮਹਾਰਾਜ ਜੀ ਉਹਨਾਂ 'ਚ ਸਾਰੇ ਗੁਣ ਆ ਜਾਂਦੇ ਹਨ। ਸੁਨ ਸ਼੍ਰੀ ਨਾਨਕ ਉਚਰੀ ਬਾਣੀ। ਜਦੋਂ ਸਿੱਧਾਂ ਨੇ ਬਚਨ ਕਹੇ ਤੇ ਸਤਿਗੁਰੂ ਜੀ ਬੋਲੇ, ਮੰਗਲਨਾਥ ਸੁਨੋ ਤੁਮੇ ਐਸੇ। ਮਹਾਰਾਜ ਜੀ ਕਹਿੰਦੇ ਮੰਗਲਨਾਥ ਜੀ ਸੁਣੋ ਇਸ ਗੱਲ ਨੂੰ ਧਿਆਨ ਨਾਲ। ਨਾਮ ਬਿਨਾ ਗਤ ਹੋਤ ਨ ਕੈਸੇ। ਇਹ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵ ਦੀ ਕਲਿਆਣ ਨਹੀਂ ਹੋਣੀ, ਇਹ ਜਾਣ ਲਓ। ਚਾਹੇ ਤੁਸੀਂ ਯੋਗ ਦੀ ਕਮਾਈ ਕਰਦੇ ਹੋ, ਯੋਗ ਸਾਧਨਾ ਕਰਦੇ ਹੋ, ਬੜੇ ਬੜੇ ਤਪੱਸਿਆ ਦੇ ਸਾਧਨ ਨੇ ਤੁਹਾਡੇ, ਪਰ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਤੋਂ ਬਿਨਾ ਛੇਮ ਦੀ ਪ੍ਰਾਪਤੀ ਨਹੀਂ ਹੋਣੀ, ਮੁਕਤੀ ਦੀ ਪ੍ਰਾਪਤੀ ਨਹੀਂ ਹੋਣੀ। ਨਾਮਹੀਨ ਨਰ ਨਰਕ ਸਿਧਾਵੇ। ਜਿਹੜੇ ਨਾਮ ਵਿਹੂਣੇ ਬੰਦੇ ਨੇ
ਉਹ ਨਰਕਾਂ ਵਿੱਚ ਜਾਂਦੇ ਹਨ, ਉਹ ਨਰਕਗਾਮੀ ਹੁੰਦੇ ਹਨ। ਬੇਮੁਖ ਨਾਮ ਅਧਿਕ ਦੁਖ ਪਾਵੇ। ਨਾਮ ਤੋਂ ਬੇਮੁਖ ਹੋਏ ਉਹ ਅਧਿਕ ਦੁੱਖ ਭੋਗਦੇ ਨੇ, ਉਹਨਾਂ ਨੂੰ ਦੁੱਖ ਹੀ ਦੁੱਖ ਭੋਗਣੇ ਪੈਂਦੇ ਹਨ। ਸੁਨ ਕੇ ਬੋਲਿਓ ਭੰਗਰ ਬੈਨਾ। ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਲਾਗੇ ਭੰਗਰਨਾਥ ਬੈਠਾ ਸੀ, ਉਹ ਬੋਲਿਆ, ਕੋਲੋਂ ਕਹਿਣ ਲੱਗਾ, ਯੋਗ ਗਿਆਨ ਬਿਨ ਕੇਵਲ ਹੈ ਨਾ। ਕਹਿੰਦਾ ਜੀ ਯੋਗ ਤੇ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੁੰਦੀ। ਅਸੀਂ ਕਹਿੰਦੇ ਆ ਯੋਗ ਔਰ ਗਿਆਨ ਤੋਂ ਬਿਨਾ ਮੁਕਤੀ ਨਹੀਂ ਹੁੰਦੀ, ਤੁਸੀਂ ਕਹਿੰਦੇ ਹੋ ਨਾਮ ਤੋਂ ਬਿਨਾ ਮੁਕਤੀ ਨਹੀਂ ਹੁੰਦੀ। ਤੁਮ ਕੈਸੇ ਕਹਿ ਨਾਮ ਬਖਾਨੋ। ਸਾਡੇ ਮਤ ਵਿੱਚ ਤਾਂ ਇਹ ਸਿਧਾਂਤ ਹੈ ਕਿ ਸਾਧ ਵੇਸ਼ਵਰ ਪ੍ਰਾਣਾਧਾਨੀ ਨਹੀਂ ਕਿਰਿਆ ਯੋਗ, ਕਿ ਸਾਡੇ ਮਤ ਵਿੱਚ ਯੋਗ ਦੀ ਕਿਰਿਆ ਦੁਆਰਾ ਹੀ ਮੁਕਤੀ ਨੂੰ ਸੰਭਵ ਮੰਨਿਆ ਹੈ, ਕਿ ਜਿਹੜਾ ਯੋਗ ਦੀ ਸਾਧਨਾ ਕਰਦਾ ਉਹੀ ਮੁਕਤ ਹੁੰਦਾ ਹੈ। ਪਰ ਤੁਸੀਂ ਕਹਿੰਦੇ ਹੋ ਕਿ ਨਾਮ ਦੇ ਨਾਲ ਮੁਕਤੀ ਹੁੰਦੀ ਹੈ, ਇਹ ਕਿਵੇਂ ਹੋ ਸਕਦਾ ਹੈ? ਮਨ ਮੈਂ ਮਤ ਨਾ ਹਮਾਰੋ ਜਾਨੋ। ਤੁਹਾਨੂੰ ਸਾਡੇ ਮਤ ਦਾ ਗਿਆਨ ਨਹੀਂ ਹੈ, ਕਿ ਜਿਹੜਾ ਸਾਡਾ ਮਤ ਹੈ, ਜਿਹੜਾ ਸਾਡਾ ਸ਼ਾਸਤਰ ਹੈ ਯੋਗ ਸ਼ਾਸਤਰ, ਇਹਦਾ ਗਿਆਨ ਤੁਹਾਨੂੰ ਨਹੀਂ ਹੈ। ਦੋਹਰਾ ਗੁਰੂ ਕਏ ਸ਼੍ਰੀ ਨਾਮ ਮੈਂ ਜਬਈ ਮਨ ਥਿਤ ਪਾਏ। ਮਹਾਰਾਜ ਜੀ ਅੱਗੋਂ ਬੋਲੇ, ਕਹਿਣ ਲੱਗੇ, ਭੰਗਰਨਾਥ ਸੁਣ, ਜਦੋਂ ਕਿਸੇ ਦਾ ਨਾਮ 'ਚ ਮਨ ਟਿਕ ਜਾਂਦਾ ਹੈ, ਨਾਮ ਪਹਿਲਾਂ ਜਪੀਏ, ਮਨ ਟਿਕਦਾ ਨਹੀਂ, ਮਨ ਭਜਦਾ ਹੈ। ਪਰ ਜਿਵੇਂ ਜਪਦਿਆਂ ਸਾਧਨਾ ਕਰਦਿਆਂ ਇਹ ਮਨ ਨਾਮ ਦੇ ਵਿੱਚ ਟਿਕ ਜਾਂਦਾ, ਜਦੋਂ ਸਥਿਤ ਹੋ ਜਾਂਦਾ ਹੈ। ਈਸ਼ਰ ਕਰਣਾ ਤੇ ਤਬੇ ਗਿਆਨ ਹਿਰਦੇ ਹੋਏ ਜਾਏ। ਜਦੋਂ ਇਹ ਮਨ ਨਾਮ 'ਚ ਟਿਕ ਜਾਂਦਾ, ਫਿਰ ਈਸ਼ਵਰ ਦੀ ਕਰੁਣਾ ਹੁੰਦੀ ਹੈ, ਇਹਦੇ ਅੰਦਰ ਫਿਰ ਗਿਆਨ ਦਾ ਸਾਖਸ਼ਾਤਕਾਰ ਹੋ ਜਾਂਦਾ ਹੈ। ਸਾਡੇ ਮਤ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਜਪ ਕੇ ਗਿਆਨ ਦੀ ਪ੍ਰਾਪਤੀ ਹੈ, ਗਿਆਨ ਪ੍ਰਾਪਤ ਕਰਕੇ ਨਾਮ ਜਪਣ ਦੀ ਗੱਲ ਨਹੀਂ ਕਹੀ। ਪਾਤਸ਼ਾਹ ਕਹਿੰਦੇ ਨਾਮ ਦੀ ਸਾਧਨਾ ਕਰਕੇ ਗਿਆਨ ਦੀ ਉਤਪਤੀ ਹੁੰਦੀ ਹੈ। ਜਦੋਂ ਨਾਮ 'ਚ ਮਨ ਟਿਕ ਜਾਂਦਾ ਹੈ, ਫਿਰ ਇਸੇ ਮਨ ਵਿੱਚ ਗਿਆਨ ਉਤਪੰਨ ਹੁੰਦਾ ਤੇ ਮਨ ਜਾਣ ਲੈਂਦਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਫਿਰ ਇਹਨੂੰ ਸੋਝੀ ਹੋ ਜਾਂਦੀ, ਆਪਣੇ ਨਿਜ ਸਰੂਪ ਦਾ ਗਿਆਨ ਇਹਨੂੰ ਹੋ ਜਾਂਦਾ। ਨਾਮ ਬਿਨਾ ਨੇ ਜੋਗ ਹੈ ਦੇਖੋ ਹਿਰਦੇ ਵਿਚਾਰ। ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਯੋਗ ਨਿਸ਼ਫਲ ਹੈ। ਭੰਗਰਨਾਥ, ਨਾਮ ਤੋਂ ਬਿਨਾ ਇਹ ਯੋਗ ਨਿਸ਼ਫਲ ਹੈ, ਇਸ ਗੱਲ ਨੂੰ ਆਪਣੇ ਹਿਰਦੇ 'ਚ ਵਿਚਾਰ ਕੇ ਵੇਖ ਲਓ। ਤਾਂ ਤੇ ਸਭਈ ਸਿੱਧ ਮੈਂ ਨਾਮ ਲਖੋ ਸੁਖਕਾਰ। ਇਸ ਕਰਕੇ ਸਾਰਿਆਂ ਸਿੱਧਾਂ ਦੇ ਵਿੱਚ ਇਹ ਗੱਲ ਜਾਣ ਲਓ ਕਿ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਹੀ ਸਾਰੇ ਸੁੱਖਾਂ ਦੀ ਕਾਰ ਹੈ, ਸੁੱਖਾਂ ਦਾ ਸਾਰ ਹੈ। ਸੋਰਠਾ ਅਤਿਸ਼ੇ ਸ਼੍ਰੇਸ਼ਟ ਨਾਮ ਹੈ ਨੋਕਾ ਕਲੀ ਕਾਲ ਮਾਏ। ਮਹਾਰਾਜ ਜੀ ਕਹਿੰਦੇ ਕਲਯੁਗ ਦੇ ਵਿੱਚ ਸਭ ਤੋਂ ਸ੍ਰੇਸ਼ਟ ਜਿਹੜਾ ਹੈ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਜਿਹੜਾ ਕਿਸ਼ਤੀ ਵਾਂਗੂ, ਬੇੜੀ ਵਾਂਗੂ ਇਸ ਜੀਵ ਨੂੰ ਇਸ ਸੰਸਾਰ ਤੋਂ ਤਾਰਦਾ ਹੈ। ਕਲਯੁਗ ਵਿੱਚ ਨਾਮ ਜਹਾਜ਼ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਲਯੁਗ ਵਿੱਚ ਨਾਮ ਜਹਾਜ਼ ਹੈ, ਨਾਮ ਹੀ ਤੁਲਹਾ ਹੈ, ਨਾਮ ਹੀ ਬੇੜੀ ਹੈ, ਜਿਹੜਾ ਇਸ ਭਵ ਸਾਗਰ ਤੋਂ ਪਾਰ ਉਤਾਰਨੇ ਵਾਲਾ ਹੈ। ਸ਼ਬਦ ਪਨਿਓ ਅਭਿਰਾਮ ਸਿੱਧਨ ਕੋ ਲੱਜਿਤ ਕਰਨ। ਸਿੱਧਾਂ ਨੂੰ ਲੱਜਤ ਕਰਨ ਵਾਸਤੇ, ਸ਼ਰਮਿੰਦਾ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰਨ ਕੀਤਾ। ਸੁਣੋ ਜੀ। ਰਾਮ ਕਲੀ ਮਹੱਲਾ ਪਹਿਲਾ ਜਗ ਪਰ ਬੋਧੇ ਮੜੀ ਵਧਾਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਮ ਕਲੀ ਰਾਗ ਵਿੱਚ ਸ਼ਬਦ ਉਚਾਰਿਆ। ਖਾਲਸਾ ਜੀ, ਰਾਮ ਕਲੀ ਰਾਗ ਵਿੱਚ ਹੀ ਪਾਤਸ਼ਾਹ ਨੇ ਵੱਧ ਯੋਗੀਆਂ ਨਾਲ ਚਰਚਾ ਕੀਤੀ ਹੈ। ਸੰਗੀਤ ਦੇ ਆਚਾਰਿਆ ਲੋਕ ਦੱਸਦੇ ਨੇ ਕਿ ਯੋਗੀਆਂ ਨੂੰ ਰਾਮ ਕਲੀ ਰਾਗ ਬੜਾ ਪਿਆਰਾ ਰਾਗ ਹੈ। ਤੋ ਰਾਮ ਕਲੀ ਰਾਗ ਵਿੱਚ ਬਹੁਤ ਸਾਰੀ ਬਾਣੀ ਮਹਾਰਾਜ ਜੀ ਨੇ ਸਿੱਧਾਂ ਨਾਲ, ਯੋਗੀਆਂ ਨਾਲ ਚਰਚਾ ਕਰਦਿਆਂ ਉਚਾਰਨ ਕੀਤੀ ਹੈ।
ਤੋ ਰਾਮਕਲੀ ਰਾਗ ਹੈ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਜਗ ਪਰ ਬੁੱਧ ਹੈ ਮੜੀ ਵਧਾਵੈ ਹੈ। ਮਹਾਰਾਜ ਜੀ ਕਹਿੰਦੇ ਲੋਕਾਂ ਨੂੰ ਤੁਸੀਂ ਪ੍ਰਬੋਧ ਗਿਆਨ ਦਿੰਦੇ ਹੋ, ਉਪਦੇਸ਼। ਕੀ ਉਪਦੇਸ਼ ਦਿੰਦੇ ਹੋ ਜੀ? ਇਹ ਸਾਰਾ ਸੰਸਾਰ ਨਾਸ਼ਵਾਨ ਹੈ, ਆ ਤੁਸੀਂ ਕਿਹੜਿਆਂ ਘਰਾਂ ਦੇ ਮੋਹਾਂ ਵਿੱਚ ਪਏ ਹੋਏ ਹੋ। ਲੋਕਾਂ ਨੂੰ ਇਹ ਪ੍ਰਬੋਧ ਦਿੰਦੇ ਹੋ ਯੋਗੀਓ, ਸਿੱਧੋ ਇਹੀ ਗਿਆਨ ਦਿੰਦੇ ਹੋ ਲੋਕਾਂ ਨੂੰ, ਕਿਉਂ ਘਰਾਂ ਦੇ ਮੋਹ 'ਚ ਫਸੇ ਹੋਏ ਹੋ ਜੀ ਤੁਸੀਂ? ਜਗ ਨੂੰ ਤਾਂ ਇਹ ਪ੍ਰਬੋਧ ਗਿਆਨ ਦਿੰਦੇ ਹੋ, ਆਪ ਤੁਸੀਂ ਆਪਣੇ ਰਹਿਣ ਵਾਸਤੇ ਵੱਡੇ ਵੱਡੇ ਮੱਠ ਬਣਾਉਂਦੇ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਏਦਾਂ ਕਹਿ ਲਈਏ ਵੀ ਲੋਕਾਂ ਨੂੰ ਕਹਿੰਦੇ ਹੋ ਵੀ ਅਸੀਂ ਘਰ-ਬਾਰ ਛੱਡ ਦਿੱਤਾ ਹੈ, ਘਰ ਤਿਆਗ ਦਿੱਤਾ, ਆਪਣੇ ਪਰਿਵਾਰ ਛੱਡ ਦਿੱਤੇ ਹੈ, ਤੇ ਤੁਸੀਂ ਵੀ ਆਪਣੇ ਪਰਿਵਾਰਾਂ ਨਾਲ ਘਰਾਂ ਨਾਲ ਸਨੇਹ ਨਾ ਕਰਿਆ ਕਰੋ, ਤੇ ਆਪਣੇ ਵੱਡੇ ਵੱਡੇ ਡੇਰੇ ਬਣਾਏ ਹੋਏ ਨੇ। ਪਾਤਸ਼ਾਹ ਬੜੇ ਖਰੇ ਲਫ਼ਜ਼ਾਂ 'ਚ ਕਹਿ ਰਹੇ ਨੇ, ਸਾਫ਼ ਬਿਲਕੁਲ ਸਪਸ਼ਟ। ਉੱਦਾਂ ਕਹਿੰਦੇ ਜੀ ਅਸੀਂ ਸ਼ਾਦੀ ਨਹੀਂ ਕਰਾਉਣੀ, ਅਸੀਂ ਆਪਣਾ ਘਰ-ਬਾਰ ਛੱਡਿਆ ਹੋਇਆ, ਟੱਬਰ ਛੱਡਿਆ, ਪਰਿਵਾਰ ਛੱਡਿਆ। ਲੋਕਾਂ ਨੂੰ ਇਹ ਗਿਆਨ ਦਿੰਦੇ ਹੋ ਵੀ ਇਹ ਛੱਡ ਦੇਣੇ ਚਾਹੀਦੇ ਨੇ, ਤੇ ਆਪਣੇ ਵੱਡੇ ਵੱਡੇ ਮੱਠ ਬਣਾਏ ਹੋਏ ਨੇ। ਮੜੀ ਦਾ ਮਤਲਬ ਹੁੰਦਾ ਮੱਠ। ਯੋਗੀ ਜਿਹੜਾ ਡੇਰਾ ਬਣਾਉਂਦੇ ਨੇ ਉਹਨੂੰ ਮੱਠ ਕਹਿੰਦੇ ਨੇ, ਮੜੀ ਕਹਿੰਦੇ ਆ ਉਹਨੂੰ। ਉਹ ਮੱਠ ਕਹਿੰਦੇ ਵੀ ਇਹ ਯੋਗੀਆਂ ਦਾ ਮੱਠ ਹੈ। ਮਹਾਰਾਜ ਜੀ ਕਹਿੰਦੇ ਆਪਣੇ ਤੁਸੀਂ ਵੱਡੇ ਵੱਡੇ ਮੱਠ ਬਣਾਏ ਹੋਏ ਨੇ, ਵੱਡੇ ਵੱਡੇ ਡੇਰੇ ਬਣਾਏ ਹੋਏ ਨੇ। ਆਸਣ ਤਿਆਗ ਕਾਏ ਸੱਚ ਪਾਵੇ। ਮਹਾਰਾਜ ਜੀ ਕਹਿੰਦੇ ਆਪਣਾ ਆਸਣ ਛੱਡ ਕੇ, ਯਾਨੀ ਕਿ ਚੰਚਲਤਾ ਦੇ ਨਾਲ ਤੁਸੀਂ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜੇ ਤੁਹਾਡਾ ਮਨ ਚੰਚਲ ਹੈ, ਜੇ ਤੁਹਾਡਾ ਮਨ ਟਿਕਾਣੇ ਤੇ ਨਹੀਂ, ਮਨ ਇਕਾਗਰ ਨਹੀਂ, ਤਾਂ ਫਿਰ ਮਨ ਦੀ ਇਕਾਗਰਤਾ ਤੋਂ ਬਿਨਾਂ ਤੁਸੀਂ ਸੱਚ ਸਵਰੂਪ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜੇ ਤੁਹਾਡਾ ਮਨ ਚੰਚਲ ਹੈ, ਆਸਣ ਤਿਆਗ ਦਾ ਮਤਲਬ ਹੈ ਕਿ ਆਪਣੇ ਮਨ ਨੂੰ ਇੱਕ ਟਿਕਾਣੇ ਤੇ ਨਾ ਰੱਖ ਕੇ ਸੱਜੇ ਖੱਬੇ ਭਜਾਈ ਫਿਰਨਾ, ਚੰਚਲਤਾ ਵਸ ਕਰਕੇ ਮਨ ਨੂੰ ਚੰਚਲ ਕਰੀ ਰੱਖਣਾ। ਏਦਾਂ ਕੀਤਿਆਂ ਕਾਹੇ ਸੱਚ ਪਾਵੈ, ਏਦਾਂ ਤੁਹਾਨੂੰ ਸੱਚ ਦੇ ਸਵਰੂਪ ਦੀ ਪ੍ਰਾਪਤੀ ਨਹੀਂ ਹੋਣੀ। ਮਮਤਾ ਮੋਹ ਕਾਮਣ ਹਿਤਕਾਰੀ। ਲੋਕਾਂ ਨੂੰ ਕਹਿੰਦੇ ਹੋ ਮਮਤਾ ਨਹੀਂ ਕਰਨੀ ਚਾਹੀਦੀ, ਮੋਹ ਨਹੀਂ ਕਰਨਾ ਚਾਹੀਦਾ। ਯੋਗੀਓ ਇਹੀ ਕਹਿੰਦੇ ਹੋ ਦੁਨੀਆ ਨੂੰ, ਆਹੀ ਕੁਝ ਆਖਦੇ ਹੋ, ਮੋਹ ਨਹੀਂ ਕਰਨਾ ਚਾਹੀਦਾ, ਮਮਤਾ ਨਹੀਂ ਕਰਨੀ ਚਾਹੀਦੀ। ਆਪਣੇ ਤੁਹਾਡੇ ਹਿਰਦੇ ਵਿੱਚ ਮਾਇਆ ਦੀ ਮਮਤਾ ਹੈ, ਮਮਤਾ ਮੋਹ ਆਪਣੇ ਹਿਰਦੇ ਵਿੱਚ ਤੁਹਾਡੇ ਮੋਹ ਵੀ ਹੈ ਤੇ ਮਮਤਾ ਵੀ ਹੈ। ਕਾਮਣ ਹਿਤਕਾਰੀ, ਇਸਤਰੀਆਂ ਨਾਲ ਵੀ ਤੁਸੀਂ ਆਪਣੇ ਮਨ 'ਚ ਹਿੱਤ ਰੱਖੀ ਬੈਠੇ ਹੋ, ਹਿਤੈਸ਼ੀ ਬਣੇ ਬੈਠੇ ਹੋ। ਕਾਮਣ ਨਾਮ ਇਸਤਰੀ ਦਾ ਹੈ। ਉਦਾਂ ਜਤੀ ਕਹਾਉਂਦੇ ਹੋ ਕਿ ਅਸੀਂ ਘਰ-ਬਾਰ ਛੱਡ ਦਿੱਤਾ ਹੈ, ਮਨ ਵਿੱਚੋਂ ਇਸਤਰੀ ਦੀ ਰੱਤ ਤੁਹਾਡੇ 'ਚੋਂ ਜਾਂਦੀ ਨਹੀਂ। ਮੰਗਣ ਦੇ ਬਹਾਨੇ ਉਹਨਾਂ ਘਰਾਂ ਵਿੱਚ ਇਸਤਰੀਆਂ ਕੋਲੋਂ ਮੰਗ ਕੇ ਖਾਂਦੇ ਹੋ। ਨਾ ਉਹ ਧੂਤੀ ਨਾ ਸੰਸਾਰੀ। ਮਹਾਰਾਜ ਜੀ ਕਹਿੰਦੇ ਹੋ ਤੁਸੀਂ ਤਾਂ ਦੋਵਾਂ ਪਾਸੇ ਜੋਗੇ ਨਹੀਂ ਰਹੇ, ਨਾ ਤੁਸੀਂ ਅਵਧੂਤ ਬਣੇ, ਨਾ ਜੋਗੀ ਬਣੇ ਤੇ ਨਾ ਸੰਸਾਰੀ ਬਣੇ। ਦੋਵਾਂ ਪਾਸੇ ਇੱਕ ਪਾਸੇ ਜੋਗੇ ਨਹੀਂ ਰਹੇ, ਨਾ ਸੰਸਾਰੀ ਬਣੇ ਤੇ ਨਾ ਅਵਧੂਤੀ ਹੋਏ। ਅਵਧੂਤ ਦਾ ਮਤਲਬ ਹੁੰਦਾ ਹੈ ਵੀ ਜਿਹੜਾ ਸਭ ਕੁਝ ਛੱਡ ਕੇ ਤਿਆਗੀ ਹੋ ਜਾਏ, ਉਹਨੂੰ ਅਵਧੂਤ ਕਹਿੰਦੇ ਆ। ਮਹਾਰਾਜ ਕਹਿੰਦੇ ਤੁਸੀਂ ਨਾ ਅਵਧੂਤ ਬਣੇ ਹੋ ਤੇ ਨਾ ਸੰਸਾਰੀ ਬਣੇ ਹੋ, ਵੀ ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਵਿੱਚ ਵਿਚਾਲੇ ਤੁਹਾਡੀ ਦੋਵਾਂ ਪਾਸੇ ਪੈਰ ਰੱਖੇ ਹੋਏ ਨੇ ਤੁਸਾਂ ਨੇ। ਪਾਤਸ਼ਾਹ ਕਹਿੰਦੇ ਨਾ ਅਵਧੂਤ ਹੋ, ਯੋਗੀ ਹੋ, ਨਾ ਹੀ ਸੰਸਾਰੀ ਹੋ। ਜੋਗੀ ਬੈਸ ਰਹੋ ਦੁਬਦਾ ਦੁੱਖ ਪਾਗੇ। ਮਹਾਰਾਜ ਜੀ ਕਹਿੰਦੇ ਹੋ ਯੋਗੀਓ ਹਾਲੇ ਵੀ ਸਮਾਂ, ਬਹਿ ਜਾਓ, ਟਿਕ ਕੇ ਆਪਣੇ ਮਨ ਨੂੰ ਟਿਕਾਓ, ਇਕਾਗਰ ਕਰੋ ਔਰ ਆਪਣੇ ਹਿਰਦੇ ਦੀ ਦੁਬਦਾ ਨੂੰ ਛੱਡੋ। ਜਦੋਂ ਬੈਠ ਜਾਓਗੇ ਆਪਣੇ ਨਿਜ ਸਰੂਪ ਦੇ ਵਿੱਚ ਤਾਂ ਇਹ ਦੁਬਦਾ ਦਾ ਦੁੱਖ ਤੁਹਾਡੇ ਹਿਰਦੇ ਚੋਂ ਭੱਜ ਜਾਏਗਾ, ਕਿਉਂਕਿ ਹਾਲੇ ਤੱਕ ਤੁਸੀਂ ਦੁਬਦਾ ਵਿੱਚ ਹੋ, ਨਾ ਤੁਸੀਂ ਛੱਡਿਆ ਤੇ ਨਾ ਕੁਝ ਗ੍ਰਹਿਣ ਕੀਤਾ ਹੈ, ਵਿੱਚ ਵਿਚਾਲੇ ਹੀ ਤੁਰੇ ਫਿਰਦੇ ਹੋ। ਵੀ ਜਾਲੇ ਘਰ ਛੱਡ ਕੇ ਆਏ ਤੇ ਡੇਰਿਆਂ ਨਾਲ ਆਪਣੇ ਮਠਾਂ ਨਾਲ ਜੁੜ ਗਏ, ਧੀਆਂ ਪੁੱਤਾਂ ਨੂੰ ਛੱਡ ਕੇ ਆਏ ਤੇ ਚੇਲੇ ਅੱਗੋਂ ਪਾਲ ਲਏ। ਗੱਲ ਤਾਂ ਉੱਥੇ ਹੀ ਹੋ ਗਈ, ਅੱਗੇ ਤੋਂ ਅੱਗੇ ਵੱਧ ਗਏ। ਇੱਕ ਕਿਤੇ ਸਾਧ ਨੇ ਘਰ ਛੱਡਿਆ,
ਘਰ ਛੱਡ ਕੇ ਇੱਕ ਛੋਟੀ ਜੀ ਉਹਦੇ ਕੋਲ ਲੰਗੋਟੀ ਉਹ ਲੈ ਕੇ ਤੇ ਜੰਗਲ ਵਿੱਚ ਇੱਕ ਛੋਟੀ ਜੀ ਕੁਟੀਆ ਜੀ ਬਣਾ ਕੇ ਰਹਿਣ ਲੱਗ ਪਿਆ। ਮਰਨਾ ਸੀ ਉਹਨੇ ਜਦੋਂ, ਤੇ ਮਰਨ ਵੇਲੇ ਆਪਣੇ ਚੇਲੇ ਨੂੰ ਕਹਿੰਦਾ, ਪੁੱਤਰਾ ਗੱਲ ਏਦਾਂ ਵੀ ਸਾਰੀ ਜ਼ਿੰਦਗੀ ਜੋ ਮਰਜ਼ੀ ਕਰੀ ਪਰ ਬਿੱਲੀ ਨਾ ਪਾਲੀ। ਇਹ ਕਹਿ ਕੇ ਆਪ ਤਾਂ ਮਰ ਗਿਆ, ਹੁਣ ਚੇਲੇ ਨੂੰ ਵਕਤ ਪੈ ਗਿਆ ਵੀ ਇਹ ਕਿਹੜਾ ਬ੍ਰਹਮ ਗਿਆਨ ਦੇ ਗਿਆ ਮਰਨ ਵੇਲੇ ਸਾਧ, ਵੀ ਬਿੱਲੀ ਨਾ ਪਾਲੀ, ਵੀ ਇਹਦੇ 'ਚ ਕੀ ਲੋਜਕ ਹੈ, ਕੀ ਗਿਆਨ ਹੈ। ਬੜੀ ਚਿੰਤਾ, ਬੜਾ ਫਿਕਰ ਵੀ ਇਹ ਗੱਲ ਜਿਹੜੀ ਸਾਧੂ ਨੇ ਕਹੀ ਹੈ ਕੋਈ ਗੱਲ ਵੀ ਟਿਕਾਣੇ ਦੀ ਹੋਵੇਗੀ। ਜਿਹੜਾ ਬੰਦਾ ਮਰਨ ਵੇਲੇ ਕਹਿ ਕੇ ਗਿਆ ਬਸ ਬਿੱਲੀ ਨਾ ਪਾਲੀ। ਵਾਹਵਾ ਦਿਨ ਬੀਤ ਗਏ, ਮਨ 'ਚ ਖੁੜਕੀ ਜਾਵੇ ਵੀ ਇਹ ਗੱਲ ਹੈ ਕੀ, ਇਹ ਮਾਜਲਾ ਹੈ ਕੀ। ਇੱਕ ਦਿਨ ਇਹਦੇ ਸਾਧ ਦਾ ਕੋਈ ਪੁਰਾਣਾ ਬੇਲੀ ਸੀ ਯਾਰ ਦੋਸਤ, ਉਹ ਆ ਗਿਆ। ਉਹਨੂੰ ਪੁੱਛਣ ਲੱਗਾ ਵੀ ਤੂੰ ਤਾਂ ਮੇਰੇ ਸਾਧੂ ਗੁਰੂ ਦੇ ਨਾਲ ਰਿਹਾ, ਇਹ ਦੱਸ ਵੀ ਮਰਨ ਵੇਲੇ ਮੈਨੂੰ ਇਹ ਕਿਉਂ ਕਹਿ ਕੇ ਗਿਆ ਵੀ ਬਸ ਜੋ ਮਰਜ਼ੀ ਕਰੀ ਬਿੱਲੀ ਨਾ ਪਾਲੀ। ਕਹਿੰਦਾ ਗੱਲ ਏਦਾਂ ਵੀ ਤੇਰਾ ਜਿਹੜਾ ਸਾਧ ਸੀ ਨਾ ਉਸਤਾਦ, ਉਹ ਘਰ ਛੱਡ ਕੇ ਆਇਆ, ਇੱਕ ਲੰਗੋਟ ਸੀ ਉਹਦੇ ਪਾਸ, ਕੁਟੀਆ ਬਣਾ ਕੇ ਰਹਿਣ ਲੱਗ ਪਿਆ। ਇੱਕ ਲੰਗੋਟ ਸੀ, ਕਿਤੇ ਚੂਹੇ ਉੱਥੇ ਰਹਿੰਦੇ ਸਨ ਤੇ ਚੂਹਿਆਂ ਨੇ ਲੰਗੋਟ ਕੋਤਰ ਦਿੱਤਾ। ਬੜਾ ਪਰੇਸ਼ਾਨ ਹੋਇਆ, ਲਾਗੇ ਪਿੰਡ ਵਾਲੇ ਸਨ ਤੇ ਪਿੰਡ ਵਾਲਿਆਂ ਨੂੰ ਕਹਿਣ ਲੱਗਾ ਵੀ ਏਦਾਂ ਮੇਰਾ ਇੱਕ ਲੰਗੋਟ ਉਹ ਵੀ ਚੂਹਾ ਕੁਤਰ ਗਿਆ, ਵੀ ਚੂਹੇ ਬੜੇ ਨੇ ਇੱਥੇ ਕੀ ਕਰੀਏ। ਪਿੰਡ ਵਾਲੇ ਇੱਕ ਬਿੱਲੀ ਦੇ ਗਏ, ਕਹਿੰਦੇ ਸੰਤ ਜੀ ਆ ਬਿੱਲੀ ਰੱਖ ਛੱਡੋ ਇੱਥੇ ਡੇਰੇ ਤੇ, ਚੂਹੇ ਆਪੇ ਖਤਮ ਹੋ ਜਾਣਗੇ। ਬਿੱਲੀ ਰੱਖ ਲਈ, ਚੂਹੇ ਤਾਂ ਖਤਮ ਹੋ ਗਏ ਕੁਝ ਦਿਨਾਂ 'ਚ। ਪਰ ਹੁਣ ਬਿੱਲੀ ਨੂੰ ਪਾਲਣ ਦਾ ਲਾਲਾ, ਵੀ ਆਪਣੀ ਰੋਟੀ ਦਾ ਪ੍ਰਬੰਧ ਕਰੇ ਕਿ ਬਿੱਲੀ ਨੂੰ ਪਾਲੇ। ਕਹਿੰਦੇ ਵੀ ਬਿੱਲੀ ਦੁੱਧ ਪੀਂਦੀ ਹੈ ਤੇ ਹੁਣ ਮੈਂ ਇਹਨੂੰ ਦੁੱਧ ਕਿੱਥੋਂ ਲਿਆ ਕੇ ਦਿਆਂ। ਪਿੰਡ ਵਾਲੇ ਕਹਿੰਦੇ ਕੋਈ ਨਹੀਂ ਬਾਬਾ ਜੀ, ਸੰਤ ਜੀ ਅਸੀਂ ਤੁਹਾਨੂੰ ਇੱਕ ਗਾਂ ਦੇ ਜਾਂਦੇ ਹਾਂ। ਉਹਨਾਂ ਨੇ ਇੱਕ ਦੁੱਧ ਦੇਣ ਵਾਲੀ ਗਾਂ ਦੇ ਦਿੱਤੀ, ਆਖਿਆ ਨਾਲੇ ਬਿੱਲੀ ਨੂੰ ਛਕਾਇਆ ਕਰੋ ਨਾਲੇ ਆਪ ਛਕਿਆ ਕਰੋ, ਰੋਜ਼ ਸਾਡੇ ਕੋਲੋਂ ਵੀ ਮੰਗਣ ਆਉਂਦੇ ਜੇ। ਉਹ ਕਹਿਣ ਲੱਗੇ ਵੀ ਘਾਹ ਪੱਠੇ ਦਾ, ਹੁਣ ਪਹਿਲਾਂ ਤਾਂ ਪਿੰਡ ਵਾਲੇ 5-7 ਦਿਨ ਪੱਠੇ ਪਾ ਜਾਂਦੇ ਰਹੇ, ਹੁਣ ਉਹ ਕਹਿਣ ਲੱਗੇ ਵੀ ਬਾਬਾ ਜੀ ਵੀ ਰੋਜ਼ ਵਾਲਾ ਕੰਮ ਔਖਾ ਹੈ, ਵੀ ਤੁਸੀਂ ਏਦਾਂ ਕਰੋ ਵੀ ਸਾਡੇ ਕੋਲੋਂ ਆ 2-4 ਵਿਗੇ ਪੈਲੀ ਹੈ, ਇਹ ਲੈ ਲਓ ਤੇ ਇਹਦੇ 'ਚ ਆਪਣਾ ਘਾਹ ਪੱਠਾ ਬੀਜੋ, ਨਾਲੇ ਗਾਂ ਨੂੰ ਛਕਾਓ ਨਾਲੇ ਆਪ ਦੁੱਧ ਪੀਓ ਨਾਲੇ ਬਿੱਲੀ ਨੂੰ ਪਿਆਓ। ਉਹ ਕਹਿੰਦੇ ਜੀ ਚਲੋ ਇਹ ਵੀ ਠੀਕ। ਹੁਣ ਖੇਤ ਵਿੱਚ ਕਿੱਥੇ ਹਲ ਵਾਹਵੇ ਸਾਰਾ ਦਿਨ, ਉਧਰ ਗਾਂ ਸਾਂਭੇ ਉਧਰ ਬਿੱਲੀ ਸਾਂਭੇ, ਰੱਬ ਕਰਨ ਦਾ ਵੇਲਾ ਤਾਂ ਖੁੰਝ ਗਿਆ ਵੀ ਮੈਂ ਤਾਂ ਕੰਮ ਕੋਈ ਹੋਰ ਕਰਨ ਆਇਆ ਸੀ, ਹੋਰ ਹੋ ਹੀ ਜਾਂਦਾ ਇੱਥੇ ਤਾਂ। ਉਹ ਕਹਿੰਦਾ ਵੀ ਮੇਰੇ ਕੋਲੋਂ ਤਾਂ ਹੁਣ ਰੱਬ ਕਰਨ ਦਾ ਵੀ ਵੇਲਾ ਨਹੀਂ ਰਿਹਾ, ਵੀ ਮੈਂ ਤਾਂ ਸਾਰਾ ਦਿਨ ਹੁਣ ਡੰਗਰਾਂ ਨਾਲ ਡੰਗਰ ਹੋਇਆ ਫਿਰਦਾ, ਵੀ ਇੱਕ ਪਸ਼ੂ ਗਾਂ ਸਾਂਭਣੀ ਕਿਹੜਾ ਸੌਖੀ ਹੈ। ਉਹ ਕਹਿੰਦੇ ਵੀ ਚਲੋ ਸਾਡੇ ਪਿੰਡ 'ਚ ਨਾ ਇੱਕ ਵਿਧਵਾ ਔਰਤ ਹੈ ਤੇ ਉਹਦਾ ਕੋਈ ਸਿਰਵਾਲੀ ਵਾਰਸ ਕੋਈ ਨਹੀਂ, ਕੰਮ ਹੀ ਬੜੀ ਆ, ਉਹਨੂੰ ਛੱਡ ਦਿੰਨੇ ਆ ਇੱਥੇ, ਉਹ ਗਊ ਵੀ ਸਾਂਭ ਲਵੇਗੀ। ਕਹਿੰਦਾ ਇਹ ਵੀ ਠੀਕ ਹੈ, ਉਹਨੂੰ ਛੱਡ ਗਏ ਉੱਥੇ। ਕੁਝ ਦਿਨ ਬੀਤੇ ਤੇ ਕਹਿਣ ਲੱਗੇ ਸੰਤ ਜੀ ਗੱਲ ਏਦਾਂ ਵੀ ਇਹ ਵਿਧਵਾ ਔਰਤ ਤੁਹਾਡੇ ਦਾ ਸਾਈਂ ਨਹੀਂ ਸਿਰ ਤੇ, ਤੁਹਾਡੇ ਡੇਰੇ ਤੇ ਆਉਂਦੀ ਜਾਂਦੀ ਆ, ਵੀ ਇਹਦੀ ਬੇਇੱਜ਼ਤੀ ਨਰਾਦਰ ਹੁੰਦਾ, ਵੀ ਜਾਂ ਤਾਂ ਇਹਦੇ ਨਾਲ ਸ਼ਾਦੀ ਕਰ ਲਓ ਜਾਂ ਫਿਰ ਇਹਨੂੰ ਤੋੜ ਦਿਓ। ਕਹਿੰਦੇ ਚਲੋ ਸ਼ਾਦੀ ਕਰਾ ਦਿੱਤੀ। ਸ਼ਾਦੀ ਕਰਾਈ, ਮੁੜ ਕੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਲੰਘ ਗਈ। ਉਹ ਕਹਿਣ ਲੱਗਾ ਵੀ ਉਹਨੇ ਆਪਣੀ ਜ਼ਿੰਦਗੀ ਦਾ ਸਾਰ ਦੱਸਿਆ, ਤੈਨੂੰ ਵੀ ਕੁਝ ਹੋ ਜਾਏ ਬਿੱਲੀ ਨਾ ਪਾਲੀ, ਵੀ ਸਾਰਾ ਮਸਲਾ ਬਿੱਲੀ ਤੋਂ ਸ਼ੁਰੂ ਹੋਇਆ। ਇਹ ਕਹਾਣੀ ਸੁਣਾਈ ਜਾਂਦੀ ਆ ਵਿਅੰਗ ਦੇ ਰੂਪ ਵਿੱਚ। ਅਸਲ ਵਿੱਚ ਜਿਹੜੇ ਇਹੋ ਜਿਹੇ ਸਾਧ ਨੇ ਜਿਹੜੇ ਘਰ-ਬਾਰ ਛੱਡ ਕੇ ਜਾਂਦੇ ਐ, ਉਹਨਾਂ ਦੇ ਹਾਲਾਤ ਕੁਝ ਇਸੇ ਤਰ੍ਹਾਂ ਦੇ ਹੀ ਹੁੰਦੇ ਐ। ਪਹਿਲਾਂ ਕਹਿੰਦੇ ਥੋੜੀ ਜਿਹੀ ਜਗ੍ਹਾ ਲੈ ਕੇ ਬਹਿ ਜਾਈਏ, ਰੱਬ ਕਰਾਂਗੇ, ਮੁੜ ਕੇ ਥੋੜਾ ਜਿਹਾ ਡੇਰਾ ਵੱਡਾ ਹੁੰਦਾ, ਹੁਣ 2-4 ਚੇਲੇ ਹੋਣ ਤਾਂ ਗੱਲ ਬਣੇ, ਡੇਰਾ ਵੀ ਸਾਂਭਣਾ, ਆਏ ਗਏ ਨੂੰ ਵੀ ਸਾਂਭਣਾ। 2-4 ਤੋਂ 5-7 ਹੋ ਜਾਂਦੇ ਆ, 10 ਹੋ ਜਾਂਦੇ, ਮੁੜ ਕੇ ਬਿੱਲ ਬੱਤੀ ਦਾ ਖਰਚਾ, ਫਿਰ ਉੱਥੋਂ ਡੇਰੇ ਨੂੰ ਚਲਾਉਣ ਦਾ ਖਰਚਾ, ਫਿਰ ਅੱਗੇ ਤੋਂ ਅੱਗੇ ਟੈਨਸ਼ਨਾਂ ਚਿੰਤਾਵਾਂ ਵੱਧਦੀਆਂ। ਮਹਾਰਾਜ ਜੀ ਕਹਿੰਦੇ ਹੋ ਤੁਸੀਂ ਆਹ ਕੁਝ ਕਰਦੇ ਹੋ ਸਿੱਧੋ, ਉਦਾਂ ਕਹਿੰਦੇ ਹੋ ਲੋਕਾਂ ਨੂੰ ਵੀ ਘਰ-ਬਾਰ ਛੱਡਿਆ ਤੇ ਡੇਰਾ ਪਲ ਬਣਾ ਕੇ ਚੇਲੇ ਆਪਣੇ ਪਾਲੀ ਜਾਂਦੇ ਹੋ। ਨਾ ਤੁਸੀਂ ਅਵਧੂਤੀ ਬਣੇ ਹੋ ਤੇ ਨਾ ਸੰਸਾਰੀ ਬਣੇ ਹੋ। ਯੋਗੀਓ
ਹਾਲੇ ਵੀ ਬੈਸ ਜਾਓ ਆਪਣੇ ਨਿਜ ਸਰੂਪ ਵਿੱਚ ਤੇ ਤੁਹਾਡੀ ਇਹ ਦੁਬਦਾ ਦਾ ਦੁੱਖ ਭੱਜ ਜਾਏਗਾ। ਘਰ ਘਰ ਮੰਗਤ ਲਾਜ ਨ ਲਾਗੇ। ਮਹਾਰਾਜ ਜੀ ਕਹਿੰਦੇ ਨਾਲੇ ਘਰ ਛੱਡੇ ਹੋਏ ਨੇ ਤੁਸੀਂ ਤੇ ਨਾਲੇ ਫਿਰ ਉਹਨਾਂ ਘਰਾਂ ਵਿੱਚ ਹੀ ਜਾ ਕੇ ਮੰਗ ਕੇ ਖਾਂਦੇ ਹੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਘਰ ਘਰ ਮੰਗਤ ਲਾਜ ਨਾ ਲਾਗਾ, ਨਾਲੇ ਉਹਨਾਂ ਗ੍ਰਸਤੀਆਂ ਦੀ ਨਿੰਦਾ ਕਰਦੇ ਹੋ ਵੀ ਇਹ ਗ੍ਰਸਤੀ ਨੇ, ਇਹ ਨਹੀਂ ਮੁਕਤ ਹੁੰਦੇ। ਫਿਰ ਉਹਨਾਂ ਦੇ ਘਰਾਂ ਵਿੱਚ ਜਾ ਕੇ ਮੰਗਦੇ ਹੋ, ਮੰਗ ਕੇ ਤੁਹਾਨੂੰ ਲਾਜ ਨਹੀਂ ਲੱਗਦੀ। ਰਹਾਉ ਗਾਵੇ ਗੀਤ ਨਚੀਨੇ ਆਪ। ਉਦਾਂ ਹੱਥ ਵਿੱਚ ਤੂੰਬਾ ਜਾਂ ਫੜ ਕੇ ਗਾਉਂਦੇ ਵੀ ਹੁੰਦੇ ਨੇ ਯੋਗੀ। ਅਕਸਰ ਤੁਸੀਂ ਵੇਖਿਆ ਹੋਣਾ ਯੋਗੀਆਂ ਨੂੰ ਗਲੀਆਂ ਬਾਜ਼ਾਰਾਂ 'ਚ ਗਾਉਂਦਿਆਂ, ਗਾ ਗਾ ਕੇ ਮੰਗਦੇ ਹੁੰਦੇ ਐ। ਮਹਾਰਾਜ ਜੀ ਕਹਿੰਦੇ ਗੀਤ ਗਾਉਂਦੇ ਹੋ, ਆਪਣੇ ਆਪ ਨੂੰ ਨਹੀਂ ਜਾਣਦੇ ਵੀ ਤੁਹਾਡਾ ਸਰੂਪ ਕੀ ਹੈ, ਮੇਰਾ ਨਿਜ ਸਰੂਪ ਕੀ ਆ, ਉਹ ਨਹੀਂ ਤੁਹਾਨੂੰ ਪਤਾ ਵੀ ਮੈਂ ਸਰੂਪ ਕਿਹੜਾ ਮੇਰਾ। ਗੀਤ ਤੁਸੀਂ ਬੜੇ ਗਾਉਂਦੇ ਹੋ ਕਈ ਤਰ੍ਹਾਂ ਦੇ, ਮਿੱਠੀ ਮਿੱਠੀ ਆਵਾਜ਼ ਵਿੱਚ। ਕਿਉਂ ਲਾਗੀ ਨਿਵਰੇ ਪ੍ਰਤਾਪ। ਮਹਾਰਾਜ ਜੀ ਕਹਿੰਦੇ ਆ ਕਿਵੇਂ ਤੁਹਾਡੀ ਪਰਮੇਸ਼ਰ ਨਾਲ ਲਿਵ ਲੱਗੇ, ਕਿਵੇਂ ਤੁਹਾਡੇ ਹਿਰਦੇ ਵਿੱਚੋਂ ਆ ਜਿਹੜੇ ਦੂਸਰੇ ਦਾ ਪ੍ਰਤਾਪ ਵੇਖ ਕੇ ਤੁਸੀਂ ਸੜਦੇ ਹੋ, ਇਹ ਈਰਖਾ ਤੁਹਾਡੇ ਹਿਰਦੇ ਚੋਂ ਕਿਵੇਂ ਨਿਰਵਿਰਤ ਹੋਵੇ। ਗੁਰ ਕੈ ਸ਼ਬਦ ਰਚੇ ਮਨ ਪਾਏ। ਮਹਾਰਾਜ ਜੀ ਕਹਿੰਦੇ ਆ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਵਿੱਚ ਰਚ ਜਾਂਦਾ ਹੈ, ਗੁਰ ਕਾ ਸ਼ਬਦ ਰਚੈ ਮਨ ਭਾਏ, ਜਿਹਦੇ ਮਨ 'ਚ ਗੁਰੂ ਦਾ ਪ੍ਰੇਮ ਹੋਵੇ ਤੇ ਸਤਿਗੁਰਾਂ ਦੇ ਸ਼ਬਦ ਦੇ ਰੰਗ ਵਿੱਚ ਰੰਗਿਆ ਜਾਵੇ। ਭਿਖਿਆ ਸਹਿਜ ਵਿਚਾਰੀ ਖਾਏ। ਉਹ ਫਿਰ ਆਪਣੇ ਗੁਰੂ ਕੋਲੋਂ ਸਹਿਜ ਦੀ ਭਿਖਿਆ ਲੈਂਦਾ, ਗਿਆਨ ਦੀ। ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਦੇ ਰੰਗ 'ਚ ਰੰਗਿਆ ਜਾਂਦਾ, ਉਹ ਗੁਰੂ ਦੇ ਕੋਲੋਂ ਗਿਆਨ ਦੀ ਭਿਖਿਆ ਲੈ ਕੇ ਉਸ ਵਿਚਾਰ ਨੂੰ, ਜਿਹੜਾ ਗਿਆਨ ਗੁਰੂ ਨੇ ਦਿੱਤਾ, ਉਸ ਗਿਆਨ ਨੂੰ ਵਿਚਾਰਦਾ ਤੇ ਉਹ ਭਿਖਿਆ ਖਾਂਦਾ ਜਿਹੜਾ ਗੁਰਮੁਖ ਹੈ। ਆਹ ਭਿਖਿਆ ਜਿਹੜੀ ਲੋਕਾਂ ਕੋਲੋਂ ਲੈ ਕੇ ਤੁਸੀਂ ਖਾਂਦੇ ਹੋ, ਮਹਾਰਾਜ ਕਹਿੰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ, ਲਾਜ ਨਹੀਂ ਆਉਂਦੀ। ਅਸਲ ਭਿਖਿਆ ਤਾਂ ਸੀ ਤੁਸੀਂ ਗੁਰੂ ਕੋਲੋਂ ਗਿਆਨ ਲੈਣਾ ਸੀ, ਔਰ ਗੁਰੂ ਕੋਲੋਂ ਲਏ ਹੋਏ ਗਿਆਨ ਦੀ ਵਿਚਾਰ ਕਰਨੀ ਸੀ। ਗੁਰੂ ਦੇ ਦਿੱਤੇ ਹੋਏ ਗਿਆਨ ਦੀ ਵਿਚਾਰ ਕਰਨ ਨਾਲ ਹੀ ਤੁਸੀਂ ਇਸ ਭਿਖਿਆ ਨੂੰ ਖਾਣਾ ਸੀ। ਭਸਮ ਚੜਾਏ ਕਰੇ ਪਾਖੰਡ। ਉਹਦਾ ਸਰੀਰ ਤੇ ਸਵਾਹ ਚੜਾਈ ਹੋਈ ਹੈ, ਭਸਮ ਲਾਈ ਹੋਈ ਹੈ, ਤੇ ਸਵਾਹ ਲਾ ਕੇ ਤਨ ਦੇ ਉੱਤੇ ਪਖੰਡ ਰਚਦੇ ਹੋ। ਖਾਲਸਾ ਜੀ, ਪਖੰਡ ਦੇ ਅਰਥ ਮਹਾਂਪੁਰਸ਼ ਬੜੇ ਸੋਹਣੇ ਕਰਦੇ। ਕੁਝ ਪ੍ਰਾਪਤ ਕਰਨ ਵਾਸਤੇ ਪਾਖੰਡ, ਵੀ ਕੁਝ ਨਾ ਕੁਝ ਮਿਲ ਜਾਏ, ਕੁਝ ਨਾ ਕੁਝ ਪ੍ਰਾਪਤ ਹੋ ਜਾਏ, ਉਹਦੇ ਵਾਸਤੇ ਜਿਹੜਾ ਕੋਈ ਕਰਮ ਕਰੇ ਉਹਨੂੰ ਪਖੰਡ ਕਹਿੰਦੇ ਹੈ। ਚਾਹੇ ਉਹ ਸੋਭਾ ਦੀ ਇੱਛਾ ਹੋਵੇ, ਚਾਹੇ ਕਿਸੇ ਪਦਾਰਥ ਦੀ ਇੱਛਾ ਹੋਵੇ। ਮਹਾਰਾਜ ਜੀ ਕਹਿੰਦੇ ਸਰੀਰ ਤੇ ਸਵਾਹ ਮਲੀ ਹੈ, ਤੇ ਸਵਾਹ ਚੜਾ ਕੇ ਤੇ ਪਖੰਡ ਕਰਦੇ ਹੋ। ਅੱਗ ਤਾਂ ਤੁਹਾਡੇ ਅੰਦਰੋਂ ਮਿਟੀ ਨਹੀਂ, ਤੇ ਸਵਾਹ ਕੱਲੀ ਮਲੀ ਕੀ ਕਰਦੀ ਹੈ? ਸਵਾਹ ਮਲਣ ਦਾ ਮਤਲਬ ਹੁੰਦਾ ਹੈ ਕਿ ਜੀ ਹੁਣ ਅਸੀਂ ਸਵਾਹ ਵਾਂਗੂ ਸ਼ਾਂਤ ਹੋ ਗਏ ਹਾਂ, ਸਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਨਹੀਂ ਰਹੀ। ਸਵਾਹ ਮਲਣ ਦਾ ਇਹ ਮਤਲਬ ਸੀ। ਤੁਸੀਂ ਸਵਾਹ ਮਲੀ ਤੇ ਭਾਂਬੜ ਤੁਹਾਡੇ ਅੰਦਰ ਅੱਗ ਦੇ ਵਿਕਾਰਾਂ ਦੇ ਬਲੀ ਜਾਂਦੇ ਐ, ਇਹ ਤਾਂ ਤੁਸੀਂ ਪਖੰਡ ਕਰਦੇ ਹੋ, ਇਹ ਵਿਖਾਵਾ ਕਰਦੇ ਹੋ। ਮਾਇਆ ਮੋਹ ਸਏ ਜਮ ਡੰਡ। ਜਿਹੜੇ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਜੰਮਾਂ ਦੇ ਡੰਡੇ ਸਹਿਣੇ ਪੈਂਦੇ ਐ, ਉਹਨਾਂ ਨੂੰ ਜੰਮਾਂ ਦੀ ਮਾਰ ਝੱਲਣੀ ਪੈਂਦੀ ਆ। ਜਿਹੜੇ ਮਾਇਆ ਦੇ ਮੋਹ ਵਿੱਚ ਚੱਲੇ ਫਿਰਦੇ ਨੇ, ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ, ਇਹੋ ਜਿਹੇ ਜਿਹੜੇ ਲੋਕ ਨੇ, ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਜੰਮਾਂ ਦੇ ਡੰਡ ਦੀ ਮਾਰ ਝੱਲਣੀ ਪੈਣੀ ਐ। ਫੂਟੇ ਖਾਪਰ ਭੀਖ ਨਾ ਪਾਏ। ਬਾਦਸ਼ਾਹ ਕਹਿੰਦੇ ਤੁਹਾਡੇ ਖੱਪਰ ਟੁੱਟੇ ਹੋਏ ਨੇ। ਉਹ ਕਹਿੰਦੇ ਜੀ ਖੱਪਰ ਤਾਂ ਸਾਡੇ ਚੰਗੇ ਭਲੇ ਐ। ਮਹਾਰਾਜ ਕਹਿੰਦੇ ਆ ਬਾਹਰਲੇ ਖੱਪਰ ਤਾਂ ਠੀਕ ਨੇ, ਤੁਹਾਡੇ ਅੰਦਰ ਜਿਹੜੇ ਪ੍ਰੇਮ ਦੇ ਖੱਪਰ ਨੇ ਉਹ ਟੁੱਟੇ ਹੋਏ ਨੇ। ਪ੍ਰੇਮ ਤਾਂ ਹੈ ਨਹੀਂ ਤੁਹਾਡੇ 'ਚ, ਕਿਸੇ 'ਚ ਵੱਢ ਖਾਣ ਨੂੰ ਪੈਂਦੇ ਹੋ ਜਣੇ ਖਣੇ ਨੂੰ ਹੀ। ਦਵੈਸ਼ ਦੀ ਅੱਗ 'ਚ ਸੜੇ ਹੋਏ ਹੋ ਤੁਸੀਂ। ਪਾਤਸ਼ਾਹ ਕਹਿੰਦੇ ਪ੍ਰੇਮ ਦੇ ਖੱਪਰ ਭਾਂਡੇ ਤੁਹਾਡੇ ਟੁੱਟੇ ਹੋਏ ਨੇ, ਜਿਹਦੇ ਵਿੱਚ ਪਰਮੇਸ਼ਰ ਦੀ ਨਾਮ ਦੀ ਭਿਖਿਆ ਪੈਣੀ ਸੀ, ਪ੍ਰੇਮ ਦੀ ਭਿਖਿਆ ਪੈਣੀ ਸੀ, ਉਹ ਖੱਪਰ ਤਾਂ ਹੈ ਹੀ ਨਹੀਂ ਤੁਹਾਡੇ ਪਾਸ, ਜਿਹਦੇ 'ਚ ਅਕਾਲ ਪੁਰਖ ਦੇ ਪ੍ਰੇਮ ਦੀ ਭਿਖਸ਼ਾ ਪੈਣੀ ਸੀ। ਬੰਧਨ ਬਾਧਿਆ ਆਵੇ ਜਾਏ। ਪਾਤਸ਼ਾਹ ਕਹਿੰਦੇ ਬੰਧਨਾਂ ਵਿੱਚ ਬੰਨੇ ਹੋਏ ਆਉਂਦੇ ਜਾਂਦੇ ਹੋ,
ਇਹ ਬੰਧਨ ਹੀ ਨੇ ਜਿਹੜੇ ਤੁਸੀਂ ਇਹ ਬਾਹਰਲੀਆਂ ਕਿਰਿਆਵਾਂ 'ਚ ਉਲਝੇ ਹੋਏ ਹੋ। ਇਹਨਾਂ ਕਿਰਿਆਵਾਂ 'ਚ ਉਲਝ ਕੇ ਬੰਧਨਾਂ ਵਿੱਚ ਬੰਨੇ ਹੋਏ ਆਉਂਦੇ ਜਾਂਦੇ ਹੋ। ਬਿੰਦ ਨ ਰਾਖੇ ਜਤੀ ਕਹਾਵੇ। ਪਾਤਸ਼ਾਹ ਕਹਿੰਦੇ ਆ ਬਿੰਦ ਨਹੀਂ ਰੱਖਦੇ ਤੁਸੀਂ, ਉਦਾਂ ਆਪਣੇ ਆਪ ਨੂੰ ਜਤੀ ਕਹਾਉਂਦੇ ਹੋ ਵੀ ਅਸੀਂ ਜਤੀ ਹਾਂ। ਜਤੀ ਕਾਹਦੇ ਹੋਏ? ਜੇ ਤੁਸੀਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੋਂ ਦੌੜਨ ਤੋਂ ਬਚਾਇਆ, ਇੱਕ ਇੰਦਰੀ ਤੋਂ ਕੇਵਲ ਜਤ ਰੱਖ ਲਿਆ ਜਿਹੜਾ ਨੇਤਰਾਂ ਰਾਹੀਂ ਜਾ ਰਿਹਾ ਹੈ, ਸ਼ਰਵਣਾ ਰਾਹੀਂ ਜਾ ਰਿਹਾ ਹੈ। ਪਾਤਸ਼ਾਹ ਕਹਿੰਦੇ 8 ਪ੍ਰਕਾਰ ਦਾ ਕਾਮ ਹੈ। ਜੇ ਬਿੰਦ ਨਹੀਂ ਰੱਖਿਆ ਤੇ ਫਿਰ ਕਿਵੇਂ ਜਤੀ ਕਹਾਉਂਦੇ ਹੋ ਆਪਣੇ ਆਪ ਨੂੰ? ਮਾਈ ਮਾਗਤ ਤ੍ਰੈ ਲੋਭਾਵੇ। ਔਰ ਮਾਇਆ ਦੀ ਮੰਗ ਕਰਦਿਆਂ ਤਿੰਨਾਂ ਗੁਣਾਂ ਵਿੱਚ ਲੁਭਾਏ ਮਾਨ ਹੋ ਰਹੇ ਹੋ। ਮਾਇਆ ਹੀ ਮੰਗਦੇ ਹੋ ਦਰ ਦਰ ਤੇ ਜਾ ਕੇ, ਔਰ ਤਿੰਨਾਂ ਗੁਣਾਂ ਦੇ ਵਿੱਚ, ਤਿੰਨਾਂ ਭਵਨਾਂ ਦੇ ਵਿੱਚ ਭੁੱਲੇ ਹੋਏ ਫਿਰਦੇ ਹੋ। ਨਿਰਦਇਆ ਨਹੀਂ ਜੋਤੇ ਉਜਾਲਾ। ਨਿਰਦਇਆ ਨਹੀਂ ਜੋਤ ਉਜਾਲਾ। ਆਹਾ, ਇਸ ਪਾਵਨ ਪੰਕਤੀ 'ਚ ਸਾਰੀ ਜ਼ਿੰਦਗੀ ਦਾ ਸਾਰ ਹੈ। ਜਦੋਂ ਹਾਲਾਂਕਿ 4 ਅੱਖਰ ਹੀ ਨੇ, ਨਿਰਦਇਆ ਨਹੀਂ ਜੋਤ ਉਜਾਲਾ, 4 ਹੀ ਅੱਖਰ ਨੇ ਨਾ, 4 ਸ਼ਬਦ ਨੇ। ਨਿਰਦਇਆ ਤੇ ਰੁਕਾਂਗੇ ਤੇ ਅੱਗੇ ਸਪਸ਼ਟ ਹੋਵੇਗਾ। ਨਿਰਦਇਆ ਜਿਹਦੇ ਅੰਦਰ ਦਇਆ ਨਹੀਂ ਹੈ, ਨਿਰਦਇਆ ਜਿਹੜਾ ਦਇਆ ਤੋਂ ਨਿਰਰਹਿਤ ਹੈ, ਜਿਹਦੇ ਅੰਦਰ ਦਇਆ ਨਹੀਂ ਜੋਤ ਉਜਾਲਾ, ਉਹਦੇ ਹਿਰਦੇ 'ਚ ਪਰਮੇਸ਼ਰ ਦੀ ਜੋਤ ਦਾ ਚਾਨਣਾ ਨਹੀਂ ਹੋ ਸਕਦਾ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਦਇਆ ਬਿਨਾਂ ਗੱਲ ਨਹੀਂ ਬਣਦੀ ਗੁਰੂ ਖਾਲਸਾ ਜੀ। ਜੇ ਦਇਆ ਨਹੀਂ ਤਾਂ ਧਰਮ ਹੀ ਨਹੀਂ ਹੋ ਸਕਦਾ। ਜੇ ਧਰਮ ਹੀ ਨਹੀਂ ਤੇ ਫਿਰ ਪ੍ਰਮਾਤਮਾ ਦੀ ਜੋਤ ਕਿਵੇਂ ਪ੍ਰਕਾਸ਼ੇਗੀ ਅੰਦਰ ਭਾਈ? ਪਾਤਸ਼ਾਹ ਕਹਿੰਦੇ ਯੋਗੀਓ ਦਇਆ ਤਾਂ ਹੈ ਨਹੀਂ ਤੁਹਾਡੇ ਅੰਦਰ ਕਿਸੇ 'ਚ। ਉਹ ਨਿਰਦਇਓ ਜਿਨ੍ਹਾਂ ਅੰਦਰ ਦਇਆ ਨਹੀਂ, ਉਹਨਾਂ ਅੰਦਰ ਕਦੇ ਵੀ ਪ੍ਰਮਾਤਮਾ ਦੀ ਜੋਤ ਪ੍ਰਗਟ ਨਹੀਂ ਹੋ ਸਕਦੀ। ਜਿਨ੍ਹਾਂ ਨੇ ਕਦੇ ਕਿਸੇ ਜੀਵ ਤੇ ਤਰਸ ਨਹੀਂ ਕੀਤਾ, ਕਦੇ ਕਿਸੇ ਜੀਵ ਤੇ ਦਇਆ ਨਹੀਂ ਕੀਤੀ, ਜਿਨ੍ਹਾਂ ਦੇ ਹਿਰਦੇ ਪੱਥਰਾਂ ਵਾਂਗੂ ਕਠੋਰ ਨੇ, ਉਹਨਾਂ ਹਿਰਦਿਆਂ 'ਚ ਕਿੱਥੇ ਰੱਬ ਨੇ ਪੈਦਾ ਹੋਣਾ ਹੈ? ਕਿੱਥੇ ਉਹਨਾਂ ਅੰਦਰ ਰੱਬ ਦਾ ਸਰੂਪ ਪ੍ਰਗਟ ਹੋਣਾ ਹੈ? ਜਿਹੜੇ ਕੇਵਲ ਕਠੋਰ ਬਿਰਤੀ ਰੱਖ ਕੇ ਦਇਆ ਤੋਂ ਵਿਹੂਣੇ ਹੀ ਟੁਰੇ ਫਿਰਦੇ ਐ, ਜਿਨ੍ਹਾਂ ਅੰਦਰ ਕਦੇ ਕਿਸੇ ਪ੍ਰਤੀ ਤਰਸ ਨਹੀਂ ਹੈ। ਪਾਤਸ਼ਾਹ ਕਹਿੰਦੇ ਨਿਰਦਇਆ ਜੀਵਾਂ ਵਿੱਚ, ਜਿਹੜੇ ਨਿਰਦਈ ਨੇ, ਉਹਨਾਂ ਵਿੱਚ ਕਦੇ ਵੀ ਪਰਮੇਸ਼ਰ ਦੀ ਜੋਤ ਪ੍ਰਗਟ ਨਹੀਂ ਹੁੰਦੀ। ਬੂਡਤ ਬੂਡੇ ਸਰਬ ਜੰਜਾਲਾ। ਉਹ ਡੁੱਬਦਿਆਂ ਡੁੱਬਦਿਆਂ ਡੁੱਬ ਜਾਂਦੇ ਨੇ ਸੰਸਾਰ ਦੇ ਸਰਬ ਜੰਜਾਲਾਂ ਵਿੱਚ ਫਸੇ ਹੋਏ। ਡੁੱਬਦਿਆਂ ਡੁੱਬ ਜਾਂਦੇ ਹਨ, ਸੰਸਾਰ ਦੇ ਜੰਜਾਲਾਂ ਵਿੱਚ ਹੀ ਫਸੇ ਹੋਏ ਡੁੱਬ ਜਾਂਦੇ ਹਨ। ਭੇਖ ਕਰੇ ਖਿੰਤਾ ਬੋ ਬਟੂਆ। ਭੇਖ ਕਰੇ ਖਿੰਤਾ ਬਹੁ ਥਟੂਆ। ਥਟੂਆ ਦਾ ਮਤਲਬ ਹੁੰਦਾ ਥਾਟ ਨਹੀਂ ਬਣਾ ਲੈਂਦੇ ਵੀ ਬਾਹਰਲਾ ਵਿਖਾਵਾ ਜਾ ਕਰਨਾ, ਉਹਨੂੰ ਥਾਟ ਕਹਿ ਦਿੰਦੇ ਆ ਵੀ ਆਹ ਵੇਖੋ ਕੀ ਥਾਟ ਬਣਾਈ ਬੈਠਾ। ਆਪਾਂ ਕਹਿ ਨਹੀਂ ਦਿੰਦੇ ਆਹ ਵੇਖੋ ਕਿਹੋ ਜਿਹਾ ਥਾਟ ਰਚੀ ਫਿਰਦਾ, ਵੀ ਬਾਹਰੋਂ ਵਿਖਾਵਾ ਜਾ ਕਰਨ ਦੀ ਬਿਰਤੀ। ਪਾਤਸ਼ਾਹ ਕਹਿੰਦੇ ਆ ਵੀ ਭੇਖ ਕਰਦੇ ਹੋ ਤੇ ਗਲ 'ਚ ਖਿੰਥਾ ਝੋਲੀ ਪਾ ਕੇ ਆ ਝੂਠਾ ਥਾਟ ਥੱਟ ਕੇ ਲੋਕਾਂ ਨੂੰ ਵਿਖਾਉਂਦੇ ਹੋ। ਝੂਠੋ ਖੇਲ ਖੇਲੇ ਬੋ ਨਟੂਆ। ਮਹਾਰਾਜ ਜੀ ਕਹਿੰਦੇ ਆ ਝੂਠੇ ਖੇਡ ਖੇਡਦੇ ਹੋ, ਝੂਠੋ ਖੇਲ ਖੇਲੇ ਬਹੁ ਨਟੂਆ। ਜਿਵੇਂ ਨਟੂਆ ਨਹੀਂ ਹੁੰਦਾ ਨੱਟ, ਉਹ ਝੂਠੀਆਂ ਜੀਆਂ ਖੇਡਾਂ ਵਿਖਾਉਂਦਾ ਜਮੂਰੇ ਦੇ ਨਾਲ, ਉਹ ਸੱਚੀਆਂ ਤਾਂ ਨਹੀਂ ਹੁੰਦੀਆਂ। ਮਹਾਰਾਜ ਕਹਿੰਦੇ ਯੋਗੀਓ ਤੁਸੀਂ ਵੀ ਝੂਠੀ ਖੇਡ ਹੀ ਵਿਖਾਉਂਦੇ ਹੋ ਲੋਕਾਂ ਨੂੰ। ਗਲ 'ਚ ਝੋਲੀ ਜੀ ਪਾ ਕੇ, ਇੱਕ ਹੱਥ 'ਚ ਚਿੱਪੀ ਫੜ ਕੇ, ਕੰਨਾਂ 'ਚ ਮੁੰਦਰਾਂ ਪਾ ਕੇ, ਸਰੀਰ ਤੇ ਸਵਾਹ ਜੀ ਮਲ ਕੇ, ਤੇ ਲੋਕਾਂ ਨੂੰ ਕਹਿੰਦੇ ਹੋ ਅਲਖ ਨਿਰੰਜਨ, ਅਲਖ ਨਿਰੰਜਨ। ਨਾ ਲੱਖ ਨੂੰ ਜਾਣੋ ਤੇ ਨਾ ਨਿਰੰਜਨ ਨੂੰ ਜਾਣੋ, ਤੁਹਾਨੂੰ ਨਾ ਦੋਹਾਂ ਦਾ ਗਿਆਨ ਨਹੀਂ। ਤੇ ਵਿਖਾਵਾ ਕਰਕੇ ਲੋਕਾਂ ਨੂੰ ਠੱਗਣ ਦੀ ਬਿਰਤੀ ਬਣਾਉਂਦੇ ਹੋ। ਇਹ ਝੂਠੇ ਨੱਟਾਂ ਵਾਂਗੂ ਤੁਸੀਂ ਆਪਣਾ ਭੇਖ ਬਣਾਇਆ ਹੋਇਆ ਹੈ। ਅੰਤਰ ਅਗਨ ਚਿੰਤਾ ਬੋ ਜਾਰੇ। ਤੁਹਾਡੇ ਅੰਦਰ ਚਿੰਤਾ ਦੀ ਅੱਗ ਬਲਦੀ ਹੈ, ਚਿੰਤਾ ਦੀ ਅਗਨੀ ਤੁਹਾਡੇ ਹਿਰਦੇ 'ਚ ਪ੍ਰਚੰਡ ਹੋ ਰਹੀ ਹੈ। ਵਿਣ ਕਰਮਾ ਕੈਸੇ ਉਤਰ ਸਪਾਰੇ। ਉਹ ਕਰਮਾਂ ਤੋਂ ਬਿਨਾਂ ਕਿਸੇ ਨੇ ਪਾਰ ਨਹੀਂ ਉਤਰਨਾ।
ਜਿਨ੍ਹਾਂ ਦੇ ਕਰਮ ਮਾੜੇ ਨੇ ਉਹ ਮੰਦ ਕਰਮੇ ਕਦੇ ਵੀ ਇਸ ਸੰਸਾਰ ਤੋਂ ਪਾਰ ਨਹੀਂ ਉਤਰਦੇ। ਵਿਣ ਕਰਮਾਂ ਕੈਸੇ ਉਤਰਸ ਪਾਰੇ, ਜਾਂ ਇਦਾਂ ਕਹਿ ਲਈਏ ਪਰਮੇਸ਼ਰ ਦੀ ਬਖਸ਼ਿਸ਼ ਤੋਂ ਬਿਨਾਂ ਕਿਵੇਂ ਕੋਈ ਪਾਰ ਉਤਰੇ। ਅਕਾਲ ਪੁਰਖ ਦੀ ਬਖਸ਼ਿਸ਼ ਤੋਂ ਬਿਨਾਂ ਕਿਵੇਂ ਕੋਈ ਇਸ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਉਤਰੇ। ਮੁੰਦਰਾ ਫਟਕ ਬਨਾਈ ਕਾਨ, ਪਾਤਸ਼ਾਹ ਕਹਿੰਦੇ ਆ ਕੰਨਾਂ ਦੇ ਵਿੱਚ ਮੁੰਦਰਾਂ ਪਾ ਲਈਆਂ ਨੇ ਫਟਕ ਦੀਆਂ, ਬਿਲੌਰ ਦੇ ਸ਼ੀਸ਼ੇ ਦੀਆਂ ਮੁੰਦਰਾਂ ਉਹ ਕੰਨਾਂ ਦੇ ਵਿੱਚ ਪਾ ਲਈਆਂ ਹਨ। ਮੁਕਤ ਨਹੀਂ ਵਿਦਿਆ ਵਿਗਿਆਨ, ਪਰ ਵਿਗਿਆਨ ਵਿਦਿਆ ਤੋਂ ਬਿਨਾਂ ਆਪਣੇ ਨਿਜ ਸਰੂਪ ਦੇ ਗਿਆਨ ਦੀ ਵਿਦਿਆ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਮੁੰਦਰਾਂ ਪਾ ਕੇ, ਫਟਕ ਦੀਆਂ ਬਿਲੋਰ ਦੀਆਂ ਮੁੰਦਰਾਂ ਪਾ ਕੇ ਤਾਂ ਨਹੀਂ ਯੋਗੀ ਜੀ ਮੁਕਤੀ ਮਿਲਣੀ। ਜੇ ਵਿਗਿਆਨ ਵਿਦਿਆ ਦਾ ਮਤਲਬ ਹੁੰਦਾ ਆਤਮ ਵਿਸ਼ੇਸ਼ ਗਿਆਨ, ਆਪਣੇ ਨਿਜ ਸਰੂਪ ਦਾ ਗਿਆਨ ਪ੍ਰਾਪਤ ਹੋਣਾ। ਉਹਦੇ ਤੋਂ ਬਿਨਾਂ ਇਹ ਮੁਕਤੀ ਨਹੀਂ ਹੋਣੀ। ਜੀਵਾ ਇੰਦਰੀ ਸਾਧ ਲੋਭਾਨਾ, ਜ਼ੁਬਾਨ ਤੇ ਇੰਦਰੀਆਂ ਆਦਿਕ ਜਿੰਨੀਆਂ ਨੇ ਸਰੀਰ ਦੀਆਂ ਸਵਾਦਾਂ ਚ ਉਲਝੀਆਂ ਫਿਰਦੀਆਂ ਨੇ। ਅੱਖਾਂ ਨੂੰ ਵੇਖਣ ਦਾ ਸਵਾਦ ਹੈ, ਕੰਨਾਂ ਨੂੰ ਸੁਣਨ ਦਾ, ਜ਼ੁਬਾਨ ਨੂੰ ਚੱਖਣ ਦਾ, ਚਮੜੀ ਨੂੰ ਸਪਰਸ਼ ਦਾ। ਇਦਾਂ ਦੇ ਇਹ ਇੰਦਰੀਆਂ ਜਿਹੜੀਆਂ ਨੇ ਇਹ ਸਵਾਦਾਂ ਦੇ ਉਲਝੇਵੇਂ ਵਿੱਚ ਤੁਹਾਡੀਆਂ ਉਲਝੀਆਂ ਹੋਈਆਂ ਹਨ। ਪਸ਼ੂ ਪਏ ਨਹੀਂ ਮਿਟੇ ਨਿਸ਼ਾਨਾ, ਕਹਿੰਦੇ ਮਨੁੱਖ ਹੋਣ ਦੇ ਬਾਵਜੂਦ ਵੀ ਪਸ਼ੂਆਂ ਦੇ ਸਮਾਨ ਜ਼ਿੰਦਗੀ ਬਤੀਤ ਕਰ ਰਹੇ। ਪਸ਼ੂ ਹੋ ਗਏ ਤੁਸੀਂ। ਕੀ ਕਰੋ, ਤੁਹਾਡੇ ਲਿਖੇ ਲੇਖ ਨਹੀਂ ਮਿਟਦੇ ਜਿਹੜੇ ਪਰਮੇਸ਼ਰ ਨੇ ਤੁਹਾਡੇ ਮੱਥਿਆਂ ਤੇ ਪਾਏ ਐ। ਪੂਰਬਲੇ ਜਨਮਾਂ ਦੇ ਪਸ਼ੂਆਂ ਦੇ ਸੰਸਕਾਰ ਤੁਹਾਡੇ ਨਹੀਂ ਮਿਟਦੇ। ਮਨੁੱਖ ਹੋ ਕੇ ਵੀ ਪਸ਼ੂਆਂ ਵਾਲੀਆਂ ਕਰਤੂਤਾਂ ਕਰਦੇ ਹੋ। ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਮਨੁੱਖ ਹੋ ਕੇ ਵੀ ਪਸ਼ੂਆਂ ਵਾਲੀਆਂ ਬਿਰਤੀਆਂ ਨਹੀਂ ਛੱਡਦੇ, ਪਸ਼ੂ ਹੀ ਹੋ ਰਹੇ ਹੋ। ਤ੍ਰਿਬਿਦ ਲੋਗਾ ਤ੍ਰਿਬਿਦ ਜੋਗਾ, ਮਹਾਰਾਜ ਜੀ ਕਹਿੰਦੇ ਤਿੰਨ ਪ੍ਰਕਾਰ ਦੇ ਲੋਕ ਨੇ, ਉੱਤਮ ਮੱਧਮ ਤੇ ਕਨਿਸ਼ਟ। ਤਿੰਨ ਹੀ ਪ੍ਰਕਾਰ ਦੇ ਤੁਹਾਡੇ ਯੋਗ ਦੱਸੇ ਨੇ, ਸਤੋਗੁਣੀ ਯੋਗ, ਰਜੋਗੁਣੀ ਯੋਗ ਤੇ ਤਮੋਗੁਣੀ ਯੋਗ। ਸ਼ਬਦ ਵਿਚਾਰੇ ਚੂਕਸ ਸੋਗਾ, ਪਰ ਯਾਦ ਰੱਖਿਓ ਜਿਹੜਾ ਗੁਰੂ ਕੇ ਸ਼ਬਦ ਦੀ ਜਾਂ ਬ੍ਰਹਮ ਦੀ ਵਿਚਾਰ ਕਰੇਗਾ, ਇੱਥੇ ਸ਼ਬਦ ਦਾ ਅਰਥ ਕਰਾਂਗੇ ਬ੍ਰਹਮ, ਪਰਮੇਸ਼ਰ, ਅਕਾਲ ਪੁਰਖ। ਜਿਹੜਾ ਬ੍ਰਹਮ ਨੂੰ ਵਿਚਾਰੇਗਾ ਮਹਾਰਾਜ ਜੀ ਕਹਿੰਦੇ ਉਹਦੇ ਸੋਗ ਦੂਰ ਹੋਣਗੇ। ਚੂਕਸ ਸੋਗਾ, ਉਹਦੇ ਸੋਗ ਦੂਰ ਹੋਣਗੇ ਜਿਹੜਾ ਬ੍ਰਹਮ ਨੂੰ ਵਿਚਾਰੇਗਾ। ਉਜਲ ਸਾਚ ਸੋ ਸ਼ਬਦ ਹੋਏ, ਪਾਤਸ਼ਾਹ ਕਹਿੰਦੇ ਸੱਚ ਉਜਲ ਹੈ ਔਰ ਭਾਈ ਉਹ ਸ੍ਰੇਸ਼ਟ ਸ਼ਬਦ ਰੂਪ ਹੋ ਕੇ ਸਾਰਿਆਂ ਵਿੱਚ ਵਿਆਪਕ ਹੈ। ਜੋਗੀ ਜੁਗਤ ਵਿਚਾਰੇ ਸੋਏ, ਜਿਹੜਾ ਜੋਗੀ ਜੁਗਤੀ ਸਹਿਤ ਉਸ ਨੂੰ ਵਿਚਾਰੇ ਉਹੀ ਜੋਗੀ ਹੈ। ਜਿਹੜਾ ਜੁਗਤ ਸਹਿਤ ਉਸ ਬ੍ਰਹਮ ਦੀ ਵਿਚਾਰ ਕਰੇ ਮਹਾਰਾਜ ਜੀ ਕਹਿੰਦੇ ਉਹੀ ਯੋਗੀ ਹੈ। ਤੁਝ ਪੈ ਨੌ ਨਿਧ ਤੂੰ ਕਰਣੈ ਜੋਗ, ਪਰਮੇਸ਼ਰ ਨੂੰ ਸੰਬੋਧਨ ਹੋ ਕੇ ਆਖਿਆ ਕਰੋ ਯੋਗੀਓ ਕਿ ਹੇ ਅਕਾਲ ਪੁਰਖ, ਤੇਰੇ ਕੋਲ ਸਾਰੀਆਂ ਨੌ ਨਿਧੀਆਂ ਨੇ, ਤੂੰ ਹੀ ਸਭ ਕੁਝ ਕਰਨ ਵਾਲਾ ਤੇ ਤੂੰ ਹੀ ਸਭ ਕੁਝ ਕਰਾਉਣ ਯੋਗ ਹੈ। ਕਰਨ ਵਾਲਾ ਵੀ ਤੂੰ ਹੈ ਤੇ ਕਰਾਉਣ ਵਾਲਾ ਵੀ ਤੂੰ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਹੀ ਸਾਰੀਆਂ ਨੌ ਨਿਧੀਆਂ ਦੇ ਖਜ਼ਾਨੇ ਹਨ। ਥਾਪੇ ਉਥਾਪੇ ਕਰੇ ਸੋਹੋਗ, ਉਹ ਪਾਰ ਬ੍ਰਹਮ ਪਰਮੇਸ਼ਰ ਆਪ ਹੀ ਥਾਪਦਾ ਹੈ ਤੇ ਆਪ ਹੀ ਸਭ ਕੁਝ ਉਥਾਪਦਾ ਹੈ। ਉਥਾਪ ਦਾ ਮਤਲਬ ਹੁੰਦਾ ਹੈ ਸਭ ਕੁਝ ਆਪਣੇ ਚ ਸਮੇਟ ਵੀ ਲੈਂਦਾ ਹੈ। ਜਦੋਂ ਰਚਦਾ ਕੱਖ ਦੇ ਫੋਰ ਚ ਰਚ ਦਿੰਦਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਤੇ ਜਦੋਂ ਸਮੇਟਦਾ ਉਦੋਂ ਫਿਰ ਸਭ ਕੁਝ ਆਪਣੇ ਚ ਉਥਾਪ ਵੀ ਲੈਂਦਾ। ਪੈਦਾ ਵੀ ਤੂੰ ਕਰਦਾ ਵਾਹਿਗੁਰੂ ਤੇ ਸਭ ਨੂੰ ਸਮੇਟਣ ਵਾਲਾ ਵੀ ਤੂੰ ਆਪ ਹੈ। ਜਤ ਸਤ ਸੰਜਮ ਸੱਚ ਸੁਚੀਤ, ਮਹਾਰਾਜ ਜੀ ਕਹਿੰਦੇ ਆ ਜਿਹਦੇ ਚਿੱਤ ਦੇ ਵਿੱਚ ਸੱਚ ਹੈ ਉਹਦਾ ਜਤ ਵੀ ਸਫਲ, ਉਹਦਾ ਸੰਜਮ ਵੀ ਸਫਲ, ਮਰਿਆਦਾ ਵੀ ਰੱਖੀ ਹੋਈ, ਉਹਦਾ ਸਤ ਵੀ ਸਫਲ। ਜਿਹਦੇ ਹਿਰਦੇ 'ਚ ਸੱਚ ਹੈ ਉਹਦਾ ਜਤ ਸਤ ਸੰਜਮ ਸਭ ਸਫਲ ਹੈ। ਨਾਨਕ ਜੋਗੀ
ਤ੍ਰਿਭਵਨ ਮੀਤ। ਮਹਾਰਾਜ ਜੀ ਕਹਿੰਦੇ ਆ ਭਾਈ, ਉਹ ਤਿੰਨਾਂ ਭਵਨਾਂ ਦਾ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜਿਨ੍ਹਾਂ ਦਾ ਮਿੱਤਰ ਹੈ ਉਹੀ ਅਸਲ ਵਿੱਚ ਯੋਗੀ ਆ। ਗੁਰੂ ਨਾਨਕ ਸਾਹਿਬ ਕਹਿੰਦੇ ਤਿੰਨਾਂ ਭਵਨਾਂ ਦਾ ਮਾਲਕ ਸੁਆਮੀ ਜਿਨ੍ਹਾਂ ਦਾ ਮਿੱਤਰ ਹੈ, ਪਾਤਸ਼ਾਹ ਕਹਿੰਦੇ ਉਹ ਹੈ ਯੋਗੀ। ਸਾਡੀ ਦ੍ਰਿਸ਼ਟੀ 'ਚ ਆ ਸਰੀਰ ਤੇ ਸਵਾਹ ਮਲ ਕੇ ਹੱਥ 'ਚ ਚਿੱਪੀ ਫੜ ਕੇ ਤੁਸੀਂ ਯੋਗੀ ਕਹਾਉਂਦੇ ਹੋ, ਸਾਡੀ ਦ੍ਰਿਸ਼ਟੀ 'ਚ ਸਾਡੇ ਮਤ 'ਚ ਤੁਸੀਂ ਯੋਗੀ ਨਹੀਂ। ਸਾਡੇ ਮਤ ਵਿੱਚ ਯੋਗੀ ਉਹ ਹੈ ਜਿਹੜਾ ਉਸ ਤਿੰਨਾਂ ਭਵਨਾਂ ਦੇ ਮਾਲਕ ਸੁਆਮੀ ਪਰਮੇਸ਼ਰ ਨੂੰ, ਨਿਰੰਕਾਰ ਵਾਹਿਗੁਰੂ ਨੂੰ ਆਪਣਾ ਮਿੱਤਰ ਜਾਣਦਾ ਹੈ। ਜੋ ਪਈ ਦੰਬ ਧਾਰ ਕਰ ਜਗ ਦਿਖ ਰਾਵੋ। ਪਾਤਸ਼ਾਹ ਕਹਿੰਦੇ ਪਖੰਡ ਧਾਰ ਕੇ ਤੁਸੀਂ ਲੋਕਾਂ ਨੂੰ ਵਿਖਾਲਦੇ। ਸ਼ਬਦ ਉਚਾਰਿਆ ਮਹਾਰਾਜ ਜੀ ਨੇ ਰਾਮਕਲੀ ਰਾਗ 'ਚ, ਅਸ਼ਟਪਦੀ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪਖੰਡ ਕਰਕੇ ਲੋਕਾਂ ਨੂੰ ਵਿਖਾਉਂਦੇ ਹੋ। ਲੋਕਨ ਮੈਂ ਨਿਜ ਮਾਨ ਵਧਾਵੋ। ਔਰ ਪਖੰਡ ਕਰਕੇ ਲੋਕਾਂ 'ਚ ਆਪਣੀ ਵਾਹ-ਵਾਹ ਕਹਾਉਂਦੇ ਹੋ, ਵਡਿਆਈ ਕਰਾਉਂਦੇ ਹੋ। ਵੇਖ ਕੂਰ ਨੈ ਹਿਰਦੇ ਕਮਾਵੋ। ਇਹ ਝੂਠੇ ਭੇਖ ਧਾਰਨ ਕਰਕੇ ਤੁਸੀਂ ਬਾਹਰੋਂ ਵਿਖਾਉਂਦੇ ਹੋ ਲੋਕਾਂ ਨੂੰ, ਪਰ ਆਪ ਹਿਰਦੇ 'ਚ ਇਹਦੀ ਕਮਾਈ ਨਹੀਂ ਕਰਦੇ। ਨਾਮ ਜਪੇ ਬਿਨ ਕਿਉਂ ਸੱਚ ਪਾਵੋ। ਨਾਮ ਨੂੰ ਜਪੇ ਬਿਨਾ ਕਿਵੇਂ ਤੁਹਾਨੂੰ ਸੱਚ ਸਰੂਪ ਦੀ ਪ੍ਰਾਪਤੀ ਹੋਵੇਗੀ। ਜਗ ਤੇ ਅਸਤ ਲਖਤ ਹੈ ਜੋ। ਇਹ ਜਗਤ ਅਸਤ ਹੈ ਜਿਹੜੇ ਜਾਣ ਲੈਂਦੇ ਹਨ। ਮਾਨ ਹੇਤ ਦੰਭ ਕਰੇ ਨਾ ਸੋ। ਉਹ ਫਿਰ ਮਾਣ ਵਾਸਤੇ ਇਦਾਂ ਦਾ ਪਖੰਡ ਤੇ ਵਿਖਾਵਾ ਨਹੀਂ ਕਰਦੇ। ਇੱਕ ਮਨ ਹੋਏ ਜੋ ਨਾਮ ਜਪਾਈ। ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਜਪਦੇ ਜਾਂ ਜਪਾਉਂਦੇ ਹਨ, ਮਿਲ ਹੈ ਸੋ ਨਾਮੀ ਕੇ ਮਾਈ। ਮਹਾਰਾਜ ਜੀ ਕਹਿੰਦੇ ਆ ਸਿੱਧੋ, ਜਿਹੜਾ ਨਾਮ ਜਪਦਾ ਉਹ ਇੱਕ ਦਿਨ ਨਾਮ ਜਪਦਾ ਜਪਦਾ ਉਸ ਨਾਮੀ ਵਿੱਚ ਹੀ ਅਭੇਦ ਹੋ ਜਾਂਦਾ ਜਿਹਦਾ ਨਾਮ ਜਪਦਾ ਹੈ। ਨਾਮ ਦੀ ਇਹ ਬਰਕਤ ਹੈ। ਜਿਹਦਾ ਨਾਮ ਜਪੀਏ, ਜਪ ਜਪ ਕੇ ਫਿਰ ਉਸੇ ਵਿੱਚ ਹੀ ਮਿਲ ਕੇ ਅਭੇਦ ਹੋ ਜਾਈਦਾ ਹੈ। ਉਸੇ 'ਚ ਹੀ ਮਿਲ ਕੇ ਇੱਕ ਬਿਕ ਹੋ ਜਾਈਦਾ ਹੈ। ਇਸ ਕਰਕੇ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਜਾਪ ਤਾਪ ਗਿਆਨ ਸਭ ਧਿਆਨ। ਖਟ ਸ਼ਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ ਧਰਮ ਕਿਰਿਆ। ਸਗਲ ਤਿਆਗ ਬਨ ਮੱਧੇ ਫਿਰਿਆ। ਪਰਮੇਸ਼ਰ ਦੇ ਨਾਮ ਦੇ ਤੁਲ ਕੁਝ ਨੇ ਨਹੀਂ, ਤੁਲ ਰਾਮ ਨਾਮ ਵਿਚਾਰ। ਪਰਮੇਸ਼ਰ ਦੇ ਨਾਮ ਦੇ ਤੁਲ ਕੁਝ ਨਹੀਂ। ਨਾਮ ਜਪ ਕੇ ਹੀ ਨਾਮੀ 'ਚ ਭੇਦ ਹੋਈਦਾ, ਨਾਮੀ ਦੇ ਸਰੂਪ ਵਿੱਚ ਮਿਲੀਦਾ ਹੈ। ਸੁਨਤ ਸ਼ਬਦ ਸਿੱਧ ਸਰਬ ਲਜਾਏ। ਸਤਿਗੁਰਾਂ ਦਾ ਇਹ ਸ਼ਬਦ ਸੁਣ ਕੇ ਸਿੱਧਾਂ ਦੀ ਦਸ਼ਾ ਬਿਆਨ ਕੀਤੀ ਜੋ ਉਹਨਾਂ ਦੀ ਸੀ। ਜਦੋਂ ਮਹਾਰਾਜ ਜੀ ਦਾ ਸ਼ਬਦ ਸੁਣਿਆ ਤੇ ਸਿੱਧ ਬੜੇ ਸ਼ਰਮਿੰਦਾ ਹੋਏ, ਬੜੇ ਲਜਾਏ ਮਾਨ ਹੋਏ ਵੀ ਇਹ ਤਾਂ ਬਿਲਕੁਲ ਸਾਫ਼ ਹੀ ਵਚਨ ਕਰਦੇ ਆ। ਜਿਹੜਾ ਕਹਿੰਦੇ ਆ ਕੋਈ ਘਮਾਉਂਦੇ ਨਹੀਂ ਸੱਜੇ ਖੱਬਿਓਂ, ਸਪਸ਼ਟ ਵਚਨਾਂ 'ਚ ਕਹਿੰਦੇ ਆ ਵੀ ਲੋਕਾਂ ਨੂੰ ਗਿਆਨ ਦੇ ਕੇ ਆਪਣੇ ਮੱਠ ਬੰਨ੍ਹਦੇ ਹੋ, ਆਪਣੀਆਂ ਮੜੀਆਂ ਬਣਾਉਂਦੇ ਜੇ, ਤੇ ਗਿਆਨ ਲੋਕਾਂ ਵਾਸਤੇ ਰੱਖਿਆ, ਤੁਹਾਡੇ ਵਾਸਤੇ ਨਹੀਂ। ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤੇ ਜਿੰਨੇ ਵੀ ਸਿੱਧ ਸਨ ਇਹ ਸ਼ਰਮਿੰਦਾ ਹੋਏ, ਲਜਾਏ ਮਾਨ ਹੋਏ। ਤੂਸ਼ਨ ਪਏ ਨਾ ਉੱਤਰ ਆਏ। ਚੁੱਪ ਹੋ ਗਏ, ਕੋਈ ਜਵਾਬ ਨਹੀਂ ਆਇਆ ਸਤਿਗੁਰਾਂ ਦੇ ਸਨਮੁਖ। ਕਰੀ ਆਦੇਸ਼ ਆਦੇਸ਼ ਬਹੋਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਜੀ ਆਦੇਸ਼। ਮੰਗਲਨਾਥ ਵਰਗੇ ਜਿਹੜੇ ਸਿੱਧ ਸੀ ਗੁਰੂ ਸਾਹਿਬ ਦੀ ਮਹਿਮਾ ਜਾਣਦੇ ਸੀ, ਗੋਪੀਨਾਥ ਮੰਗਲਨਾਥ, ਇਹ ਗੁਰਦੇਵ ਦੀ ਮਹਿਮਾ ਜਾਣਦੇ। ਮਹਾਰਾਜ ਜੀ ਨੂੰ ਕਹਿੰਦੇ ਆਦੇਸ਼ ਆਦੇਸ਼ ਆਦੇਸ਼। ਨਮਸਕਾਰ ਹੈ ਨਮਸਕਾਰ ਹੈ ਨਮਸਕਾਰ ਹੈ। ਆਦੇਸ਼ ਦਾ ਮਤਲਬ ਆਗਿਆ ਵੀ ਹੁੰਦੀ, ਆਗਿਆ ਹੈ ਆਗਿਆ ਹੈ ਆਗਿਆ ਹੈ। ਪਾਤਸ਼ਾਹ ਕਹਿੰਦੇ ਆਦੇਸ਼ ਤਿਸੈ ਆਦੇਸ਼। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਪਾਤਸ਼ਾਹ ਜਿਵੇਂ ਗੋਰਖ ਮਥੇ ਚਰਨ ਪਾ ਰਹੇ ਨੇ, ਗੋਰਖ ਮਤਾ ਜਿਵੇਂ ਨਾਨਕ ਮਤਾ ਹੋਇਆ ਹੈ, ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਵੇਗੀ। ਆਪ ਜੀ ਸਰਵਣ ਕਰੋਗੇ। ਛੋਟੇ ਘੱਲੂ ਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ ਨਮਸਕਾਰ ਹੈ। ਗਗਨ ਦਮਾਮਾ ਬਾਜਿਓ
ਗगन ਦਮਾਮਾ ਬਾਜਿਓ ਗगन ਦਮਾਮਾ ਬਾਜਿਓ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਪਰਿਓ ਨਿਸ਼ਾਨਾ ਘਾਓ ਪਰਿਓ ਨਿਸ਼ਾਨੇ ਕਾਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਖੇਤ ਜੋ ਮਾਂਡਿਓ ਸੂਰਮਾ ਖੇਤ ਜੋ ਮਾਂਡਿਓ ਸੂਰਮਾ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ ਅਬ ਜੂਝਨ ਕੋ ਦਾਓ ਜੂਜਨ ਕੋ ਦਾਓ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਜੋ ਲਰੈ ਦੀਨ ਕੇ ਹੇਤ ਲਰੇ ਦੀਨ ਕੇ ਹੇਤ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਪੁਰਜਾ ਪੁਰਜਾ ਕੱਟ ਮਰੈ ਪੁਰਜਾ ਕੱਟ ਮਰੈ ਪੁਰਜਾ ਪੁਰਜਾ ਕੱਟ ਮਰੈ ਕਬਹੁ ਨ ਛਾੜੈ ਖੇਤ ਕਬਹੁ ਨ ਛਾੜੈ ਖੇਤ ਕਬੂ ਨ ਛਾੜੈ ਖੇਤ ਕਬੂ ਨ ਛਾੜੈ ਖੇਤ ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੇ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਕੋਈ ਐ ਪਰੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਬੀ ਸੱਚ ਨਾਨਕ ਹੋਸੀ ਵੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਐਬੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ ਗਗਨ ਦਮਮਾ ਬਜਿਓ ਪਰਿਓ ਨਿਸ਼ਾਨ ਕਾ ਖੇਤ ਜਾਵੜਿਓ ਸੂਰਮਾ ਅਬ ਜੂਜਨ ਕੋ ਦਾ ਸਭ ਚਾਲਿਆ ਜੋਲਰ ਦੇਨ ਕੇ ਪੁਰਜਾ ਪੁਰਜਾ ਕਟਮਰ ਕਬ ਹੁਣ ਚਾੜ ਕੇ ਤੇ ਆਨੰਦ ਗੁਣੇ ਨਿਧਾਨ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗਰੀਬ ਨਿਵਾਸ ਅਸ ਕਿਰਪਾਨ ਖੰਡ ਖੜਗ ਜੀ ਅਸ ਕਿਰਪਾਨ ਖੰਡ ਖੜਗ ਅਸ ਕਿਰਪਾਨ ਖੰਡੋ ਖੜਗ ਅਸ ਕਿਰਪਾਨ ਖੰਡੋ ਖੜਗ ਤੁਮਕ ਤਬਰ ਅਤੀਰ ਤੁਮਕ ਤਬਰ ਅਤੀਰ ਸਹਿਬ ਸਰੋ ਸਹਿਤੀ ਸਹਿਬ ਸਰੋ